ਸੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨਸਹਿ ਪਾਪ ਕਨੇਰੇ। ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬੇਸੁਮਾਰ ਅਥਾਹ ਅਗਨ ਤੇ ਅਤੁਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਮਿਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖਹੁ ਕੋਈ। ਹਰ ਬਿਨ ਅਵਰ ਨਾ ਦੇਖਹੁ ਕੋਈ। ਨਦਰੀ ਹਰ ਨਿਹਾਲਿਆ। ਏ ਮਿਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖਹੁ ਕੋਈ। ਹਰ ਬਿਨ ਅਵਰ ਨਾ ਦੇਖਹੁ ਕੋਈ। ਨਦਰੀ ਹਰ ਨਿਹਾਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਗੋ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਅੰਮ੍ਰਿਤ ਬਾਣੀ ਦੇ ਨਿਤਨੇਮ ਆਸਾ ਕੀ ਵਾਰ ਦੇ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ ਹਨ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਆਨੰਦ ਸਾਹਿਬ ਦੀ ਪਾਵਨ ਬਾਣੀ ਦੁਆਰਾ 922 ਅੰਗ ਤੇ ਜਿਸ ਪਵਿੱਤਰ ਪੌੜੀ ਦੀਆਂ ਆਰੰਭ ਵਾਲੀਆਂ ਪੰਕਤੀਆਂ ਅਸੀਂ ਸਰਵਣ ਕੀਤੀਆਂ ਹਨ। ਇਹ 36ਵੀਂ ਪੌੜੀ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਵਿੱਚ
और इस पौड़ी के अंदर सतगुरु जी ने नेत्रा नूं संबोधन हो करके उपदेश बख्शिश किया। जो ये साडियां अखां हन, जो साडे नेत्र हन, इन्हां नेत्रां नूं महाराज साहब जी ने उपदेश दिता। उंज गुरबाणी के अंदर हरेक पक्ष तो सतगुरु जी ने उपदेश बख्शिश किया है। सारे समुचे शरीर नूं उपदेश दिता है, मन नूं उपदेश दिता है, पर कल्ले कल्ले इस शरीर के हिस्से का जिक्र करदिया होया गरीब नवाज साहब जी ने इस तरह भी उपदेश बख्शिया, जिवें रसना नूं भी उपदेश दिता है, इसी तरह कन्नां नूं भी उपदेश बख्शिया है। तो इस पौड़ी के अंदर महाराज साहब जी ने इन्हां अखां नूं उपदेश बख्शिश किया, क्योंकि सत संगत का भाव ही ये है, सत संगत विच आउण दा लाभ ही ये है, प्राप्ति ही ये है कि सत संगत विच आकर के मनुख सच नाल जुड़दा है। इसे करके इसका नाम सत संगत है। ते सत संगत करन वाले मनुख नूं सत संगी कहा जांदा है। जिवें सुभावक ये बोल बोलिया जाता है कि सत संगी हो। सत संगी उसनूं कहा जाता है जिहड़ा सत नाल जुड़िया होया, सच नाल जुड़िया होया, सत की संगत करन वास्ते आया। तां गुरु के चरनां विच बैठना, गुरु साहब जी के दर्शन करने, गुरु साहब जी की पावन बाणी सरवण करनी, गुरु साहब जी की अमृत बाणी का कीर्तन सरवण करना, गुरु की बाणी की कथा विचार सरवण करनी, ये सारा कुछ सतसंगी बनने वास्ते ही है। सतसंगी सारा कुछ सच नाल जुड़ने वास्ते ही है। और इस थां ते बैठण वाले नूं सतसंगी कहा जाता है। इस जगह का नाम सत संगत है। ते गरीब नवाज साहब जी ने अमृत बाणी दे विच अनेक वारी ऐसे बचन फरमाए सत संगत का जिक्र करदिया होया कि सत संगत की है। सत संगत कैसी जानी है, जिथे एको नाम वखाणी है, एको नाम हुक्म है, नानक सतगुर दिया बुझाए जी। सत संगत किसनों जानिए, कैसी हुंदी है सत संगत? तां महाराज कहंदे जिथे एक वाहिगुरू दे नाम का वख्याण हुंदा है उहदा नाम सत संगत है। फिर एक ऐसा वचन भी है, महाराज कहंदे सत संगत वो है जिथे सतगुरु जी का दर्शन प्राप्त हो। जह सतगुर तह सत संगत बनाई। जिथे सतगुरु जी हैं, क्योंकि सतगुरु जी सच नाल जोड़न वाले का नाम है। सतगुरु जी का एक एक बोल सच्चा है, एक एक उपदेश सच्चा है। सतपुरख जिन जानिया सतगुर तिसका नाओ, तिसका संग सिख उधरै नानक हर गुण गाओ। सतगुरु जी की संगत विच बैठण वाला सतसंगी बनता है। सतगुरु सच्चा गुरु पूरा गुरु धन धन श्री गुरु नानक देव साहब जी महाराज
10 ਪਾਤਸ਼ਾਹੀਆਂ ਤੇ 10 ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚਾ ਗੁਰੂ ਹੈ ਤੇ ਸਤਿਗੁਰੂ ਜੀ ਦੀ ਸੰਗਤ ਸਤ ਸੰਗਤ ਹੈ। ਸਤ ਨਾਲ ਸੰਗ ਕਰਾਉਣ ਵਾਲੀ ਸੰਗਤ, ਸਤ ਦੇ ਨਾਲ ਮਿਲਾਪ ਕਰਾਉਣ ਵਾਲੀ, ਮੇਲ ਕਰਾਉਣ ਵਾਲੀ ਸੰਗਤ, ਇਕੱਠ। ਔਰ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਫਰਮਾਏ ਹਨ ਕਿ ਵੱਡਿਆਂ ਭਾਗਾਂ ਵਾਲੇ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਹਰੀ ਦੀ ਸੰਗਤ, ਸਤ ਦੀ ਸੰਗਤ, ਪ੍ਰਭੂ ਦੀ ਸੰਗਤ ਪ੍ਰਾਪਤ ਕਰਦਾ। ਭਾਗਹੀਨ ਭ੍ਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਸਤ ਸੰਗ ਨਹੀਂ ਮਿਲਦਾ। ਬਿਨ ਸੰਗਤ ਮੈਲ ਭਰੀਜੈ ਜੀਉ। ਤਾਂ ਗੁਰੂ ਕੇ ਚਰਨਾਂ ਵਿੱਚ ਬੈਠਣਾ ਇਹ ਸਤ ਸੰਗਤ ਹੈ। ਤੇ ਸਤ ਸੰਗਤ ਇਸੇ ਕਰਕੇ ਕਰਦੇ ਹਾਂ ਕਿ ਸੱਚ ਨਾਲ ਜੁੜ ਜਾਈਏ। ਤੇ ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਪ੍ਰਭੂ ਸੱਚ ਹੈ। ਸੱਤ ਕਹਿ ਲਈਏ, ਸੱਚ ਕਹਿ ਲਈਏ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਾਂ ਸਤ ਸੰਗਤ ਕਰਨ ਵਾਲੇ ਦਾ ਸਾਰਾ ਕੁਝ ਬਦਲ ਜਾਂਦਾ, ਸਾਰਾ ਕੁਝ ਤਬਦੀਲ ਹੋ ਜਾਂਦਾ। ਕੀ ਬਦਲਦਾ ਹੈ, ਕੀ ਤਬਦੀਲੀ ਆਉਂਦੀ ਹੈ? ਕਿਉਂਕਿ ਸਰੀਰ ਤਾਂ ਉਹੋ ਜਿਹਾ ਹੀ ਰਹਿੰਦਾ ਜਿਹੋ ਜਿਹਾ ਪਹਿਲਾਂ ਹੁੰਦਾ। ਫਿਰ ਬਦਲਦਾ ਕੀ ਹੈ? ਬੋਲ ਬਦਲ ਜਾਂਦੇ ਹਨ, ਮਨ ਬਦਲ ਜਾਂਦਾ ਹੈ, ਵੇਖਣਾ ਬਦਲ ਜਾਂਦਾ ਹੈ, ਸੁਣਨਾ ਬਦਲ ਜਾਂਦਾ ਹੈ, ਬੋਲਣਾ ਬਦਲ ਜਾਂਦਾ ਹੈ। ਸਤ ਸੰਗਤ ਇਸੇ ਕਰਕੇ ਕਰੀਦੀ ਹੈ ਕਿ ਸਾਡੇ ਵਿੱਚ ਤਬਦੀਲੀ ਆਵੇ, ਬਦਲਾਅ ਆਵੇ। ਤਾਂ ਹੀ ਮਹਾਰਾਜ ਕਹਿੰਦੇ ਵੀ ਕੁਸੰਗਤ ਨੂੰ ਛੱਡ, ਭੈੜੀ ਸੰਗਤ ਨੂੰ ਛੱਡ ਤੇ ਗੁਰੂ ਕੀ ਸੰਗਤ ਕਰ। ਗੁਰਮੁਖਾਂ ਗੁਰਸਿੱਖਾਂ ਦੀ, ਸਾਧੂਆਂ ਦੀ ਸੰਗਤ ਕਰ। ਕਿਉਂਕਿ ਮਾੜੀ ਸੰਗਤ ਵਿੱਚ ਜਾ ਕਰਕੇ ਵੀ ਤਬਦੀਲੀ ਆਉਂਦੀ ਹੈ। ਮਾੜੀ ਸੰਗਤ ਜਿਹੜੀ ਹੈ ਉਹ ਚੰਗਿਆਂ ਨੂੰ ਮਾੜੇ ਬਣਾ ਦਿੰਦੀ ਹੈ। ਤੇ ਸਤ ਸੰਗਤ ਵਿੱਚ ਆਉਣ ਕਰਕੇ ਵੀ ਮਨੁੱਖ ਬਦਲਦਾ ਹੈ, ਤਬਦੀਲੀ ਆਉਂਦੀ ਹੈ। ਤੇ ਫਿਰ ਔਗੁਣਾ ਤੋਂ ਗੁਣਾ ਵਾਲਾ ਬਣ ਜਾਂਦਾ, ਮੰਦੇ ਤੋਂ ਚੰਗਾ ਬਣ ਜਾਂਦਾ। ਜਿਨ੍ਹਾਂ ਜਿਨ੍ਹਾਂ ਨੇ ਸਤ ਸੰਗਤ ਕੀਤੀ, ਚਾਹੇ ਉਹ ਗੁਰਸਿੱਖਾਂ ਦੇ ਰਾਹੀਂ ਕੀਤੀ, ਚਾਹੇ ਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ, ਉਹਨਾਂ ਦਾ ਜੀਵਨ ਪਹਿਲਾਂ ਔਗੁਣਾ ਵਾਲਾ ਸੀ, ਵਿਕਾਰਾਂ ਵਾਲਾ ਸੀ। ਤੇ ਜਦੋਂ ਸਤ ਸੰਗਤ ਪ੍ਰਾਪਤ ਹੋ ਗਈ ਤੇ ਫਿਰ ਤਬਦੀਲੀ ਆ ਗਈ, ਬਦਲਾਅ ਆ ਗਿਆ। ਫਿਰ ਉਹ ਚੋਰਾਂ ਤੇ ਸਾਧ ਬਣ ਗਏ, ਡਾਕੂਆਂ ਤੋਂ ਸੰਤ ਬਣ ਗਏ, ਰਾਖਸ਼ਾਂ ਤੋਂ ਦੇਵਤੇ ਬਣ ਗਏ। ਇਤਿਹਾਸ ਭਰਿਆ ਪਿਆ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ। ਕਿਉਂਕਿ ਸਤ ਸੰਗਤ ਕਰਨ ਦਾ ਭਾਵ ਹੀ ਇਹ ਹੈ, ਮਨੁੱਖ ਬਦਲ ਜਾਂਦਾ, ਸੱਚ ਨਾਲ ਇਹਦਾ ਸੰਗ ਹੋ ਜਾਂਦਾ ਹੈ, ਸਤ ਸੰਗੀ ਬਣ ਜਾਂਦਾ, ਸਤ ਦੇ ਨਾਲ ਜੁੜ ਜਾਂਦਾ, ਵਾਹਿਗੁਰੂ ਦੇ ਨਾਲ ਜੁੜਦਾ। ਜਿਹੜਾ ਵਾਹਿਗੁਰੂ ਨਾਲ ਜੁੜਦਾ ਹੈ ਫਿਰ ਉਹਦਾ ਸਭ ਕੁਝ ਤਬਦੀਲ ਹੁੰਦਾ। ਵੇਖਣਾ ਵੀ ਬਦਲਦਾ ਹੈ, ਸੁਣਨਾ ਵੀ ਬਦਲਦਾ ਹੈ, ਬੋਲਣਾ ਵੀ ਬਦਲਦਾ ਹੈ, ਤੁਰਨਾ ਵੀ ਬਦਲਦਾ ਹੈ, ਕਰਨਾ ਵੀ ਬਦਲਦਾ ਹੈ, ਮਨ ਦਾ ਸੋਚਣਾ ਵੀ ਬਦਲਦਾ ਹੈ। ਸਾਰਾ ਕੁਝ ਅੰਦਰੋਂ ਤੇ ਬਾਹਰੋਂ ਬਦਲ ਜਾਂਦਾ ਹੈ। ਸਰੀਰ ਉਹੀ ਰਹਿੰਦਾ, ਹਾਵ ਭਾਵ ਬਦਲ ਜਾਂਦੇ, ਤਸੀਰ ਬਦਲ ਜਾਂਦੀ। ਤਾਂ ਕਿੰਨੇ ਗੁਰਮੁਖਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋਈ ਤੇ ਉਹ ਫਿਰ ਉੱਚੇ ਸੁੱਚੇ ਜੀਵਨ ਵਾਲੇ ਹੋ ਗਏ, ਸਤ ਸੰਗੀ ਬਣ ਗਏ। ਉਹਨਾਂ ਦੇ ਵਿੱਚ ਹੀ ਇੱਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਵੀ ਹਨ, ਇੱਕ ਭਾਈ ਲੱਖੂ ਜੀ ਵੀ ਹਨ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋਈ। ਇੱਕ ਭਾਈ ਭੂਮੀਆ ਵੀ ਹੈ
ਇੱਕ ਭਾਈ ਸੱਜਣ ਵੀ ਹੈ, ਇੱਕ ਕੌਡਾ ਵੀ ਹੈ। ਕਦੀ ਕਿਸੇ ਨੂੰ ਠੱਗ ਕਿਹਾ ਜਾਂਦਾ ਸੀ, ਕਿਸੇ ਨੂੰ ਰਾਖਸ਼ ਕਿਹਾ ਜਾਂਦਾ ਸੀ, ਕਿਸੇ ਨੂੰ ਚੋਰ ਕਿਹਾ ਜਾਂਦਾ ਸੀ, ਪਰ ਜਦੋਂ ਸਤ ਸੰਗਤ ਪ੍ਰਾਪਤ ਹੋਈ ਫਿਰ ਸਾਰਾ ਕੁਝ ਹੀ ਤਬਦੀਲ ਹੋ ਗਿਆ, ਬਦਲ ਗਿਆ। ਤਾਂ ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਦੂਸਰਾ ਜਨਮ ਆਖਿਆ। ਜਦੋਂ ਬੰਦਾ ਧਰਮੀ ਬਣਦਾ ਹੈ ਉਹਦਾ ਦੂਜਾ ਜਨਮ ਹੋ ਜਾਂਦਾ। ਸਰੀਰ ਤਾਂ ਉਹੀ ਰਹਿੰਦਾ ਹੈ ਪਰ ਸੋਚਣਾ ਉਹ ਨਹੀਂ ਰਹਿੰਦਾ, ਵੇਖਣਾ ਉਹ ਨਹੀਂ ਰਹਿੰਦਾ, ਬੋਲਣਾ ਉਹ ਨਹੀਂ ਰਹਿੰਦਾ, ਸੁਣਨਾ ਉਹ ਨਹੀਂ ਰਹਿੰਦਾ, ਸਾਰਾ ਕੁਝ ਬਦਲ ਜਾਂਦਾ। ਇਸੇ ਨੂੰ ਦੂਜਾ ਜਨਮ ਆਖਿਆ। ਜਦੋਂ ਕੁਸੰਗਤ ਵਿੱਚੋਂ ਨਿਕਲ ਕੇ ਸਤ ਸੰਗਤ ਵਿੱਚ ਆਉਂਦਾ। ਤਾਂ ਮਹਾਰਾਜ ਸਾਹਿਬ ਜੀ ਅੱਜ ਦੀ ਪਵਿੱਤਰ ਪੌੜੀ ਦੇ ਵਿੱਚ ਇਹ ਨੇਤਰਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਅੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੈ, ਜਿਵੇਂ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਨੇਤਰਾ ਮੇਰਿਓ ਹਰ ਹੁਕਮ ਬੈ ਜੋਤ ਧਰੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਹੇ ਮੇਰੇ ਨੇਤਰੋ, ਹੇ ਮੇਰੀਓ ਅੱਖੀਓ, ਹਰੀ ਨੇ ਤੁਹਾਡੇ ਵਿੱਚ ਆਪਣੀ ਜੋਤ ਰੱਖੀ ਹੈ। ਹਰੀ ਪਰਮੇਸ਼ਰ ਨੇ ਤੁਹਾਡੇ ਵਿੱਚ ਵੇਖਣ ਦੀ ਸ਼ਕਤੀ ਟਿਕਾਈ ਹੈ। ਇਹ ਅੱਖਾਂ ਵੇਖ ਰਹੀਆਂ ਹਨ ਤਾਂ ਹਰੀ ਦੀ, ਪ੍ਰਭੂ ਦੀ ਜੋਤ ਦਾ ਸਦਕਾ ਵੇਖ ਰਹੀਆਂ ਹਨ। ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਨੇਤਰਾਂ ਦੇ ਅੰਦਰ ਆਪਣੀ ਜੋਤ ਰੱਖੀ ਹੋਈ ਹੈ। ਇਹਨਾਂ ਨੇਤਰਾਂ ਨੂੰ ਵੇਖਣ ਦੀ ਸ਼ਕਤੀ ਦਿੱਤੀ ਹੋਈ ਹੈ। ਔਰ ਕੈਸੀ ਹੈਰਾਨੀ ਵਾਲੀ ਗੱਲ ਹੈ, ਕੈਸੀ ਅਚਰਜਤਾ ਹੈ ਵੀ ਹੈ ਤਾਂ ਇਹ ਵੀ ਦੋ ਮਾਸ ਦੇ ਟੁਕੜੇ ਹੀ ਆ, ਤੇ ਇਹਨਾਂ ਦੇ ਵਿੱਚ ਪ੍ਰਭੂ ਨੇ ਐਸੀ ਕਲਾ ਰੱਖੀ ਹੋਈ ਹੈ ਕਿ ਇਹ ਦੋ ਜਿਹੜੀਆਂ ਅੱਖਾਂ ਹਨ ਤੇ ਸਾਰੀ ਇਹ ਸ੍ਰਿਸ਼ਟੀ ਨੂੰ, ਸਾਰੀ ਰਚਨਾ ਨੂੰ ਜਿੱਥੋਂ ਤੀਕ ਨਜ਼ਰ ਜਾਂਦੀ ਹੈ ਸਭ ਕੁਝ ਵੇਖ ਰਹੀਆਂ ਹਨ। ਕੈਸੀ ਕਲਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ, ਕੈਸੀ ਉਹਦੀ ਸਮਰੱਥਾ ਹੈ। ਇਸੇ ਕਰਕੇ ਉਹਨੂੰ ਅਨੰਤ ਕਲਾ ਦਾ ਮਾਲਕ ਆਖਿਆ। ਇਹ ਵੀ ਉਹਦੀ ਕਿੱਡੀ ਵੱਡੀ ਕਲਾ ਹੈ ਵੀ ਇਹਨਾਂ ਨਜ਼ਰਾਂ ਦੇ ਵਿੱਚ, ਇਹਨਾਂ ਅੱਖੀਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਲਾ ਰੱਖੀ ਹੋਈ ਹੈ, ਐਸੀ ਸਮਰੱਥਾ ਰੱਖੀ ਹੋਈ ਹੈ ਵੀ ਇਹ ਸਾਰੇ ਆਕਾਰਾਂ ਨੂੰ ਵੇਖ ਰਹੀਆਂ ਹਨ। ਤੇ ਕਿਹੜੇ ਤਰੀਕੇ ਨਾਲ ਵੇਖ ਰਹੀਆਂ, ਕਿੰਨਾ ਰੰਗ ਰੂਪ ਸੰਸਾਰ ਦੇ ਵਿੱਚ ਹੈ, ਕੈਸੀ ਰਚਨਾ ਹੈ, ਕੈਸੇ ਆਕਾਰ ਹਨ। ਉਹ ਸਾਰੀ ਰਚਨਾ, ਸਾਰੇ ਆਕਾਰ ਅੱਖਾਂ ਵੇਖੋ ਪ੍ਰਤੱਖ ਵੇਖ ਰਹੀਆਂ। ਜੋ ਕੁਝ ਸਾਹਮਣੇ ਦਿਸ ਰਿਹਾ ਹੈ ਉਹ ਇਹਨਾਂ ਅੱਖਾਂ ਦੇ ਵਿੱਚ ਦੀ ਜਿਹੜਾ ਹੈ ਉਹ ਸਾਰਾ ਵੇਖਣ ਦੀ ਸ਼ਕਤੀ ਇਹਨਾਂ ਅੱਖਾਂ ਨੂੰ ਵਾਹਿਗੁਰੂ ਨੇ ਦਿੱਤੀ ਹੋਈ ਹੈ। ਤੇ ਹੈ ਦੋ ਮਾਸ ਦੇ ਟੁਕੜੇ ਹੀ, ਤੇ ਇਹ ਜੋਤ ਹਰੀ ਨੇ ਰੱਖੀ ਹੋਈ ਹੈ ਇਹਨਾਂ ਨੇਤਰਾਂ ਦੇ ਵਿੱਚ। ਤਾਂ ਸਤਿਗੁਰੂ ਜੀ ਆਪਣੇ ਨੇਤਰਾਂ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਦੇ ਰਹੇ ਆ, ਸਾਨੂੰ ਸਿੱਖਿਆ ਦੇ ਰਹੇ ਆ ਵੀ ਇਹਨਾਂ ਨੇਤਰਾਂ ਦੇ ਨਾਲ ਗੱਲਬਾਤ ਕਰੀਏ ਕਿ ਮੇਰਿਓ ਨੇਤਰੋ, ਮੇਰੀਓ ਅੱਖੀਓ, ਤੁਹਾਡੇ ਵਿੱਚ ਵੇਖਣ ਦੀ ਜਿਹੜੀ ਇਹ ਕਲਾ ਹੈ, ਵੇਖਣ ਦੀ ਸਮਰੱਥਾ ਹੈ, ਵਾਹਿਗੁਰੂ ਜੀ ਨੇ ਜੋਤ ਟਿਕਾਈ ਹੋਈ ਹੈ। ਆਪਣੀ ਜੋਤ ਪ੍ਰਭੂ ਨੇ ਰੱਖੀ ਹੈ। ਇਹ ਵਾਹਿਗੁਰੂ ਜੀ ਨੇ ਵੇਖਣ ਦੀ ਤਾਕਤ ਇਹਨਾਂ ਅੱਖਾਂ ਨੂੰ, ਇਹ ਨੇਤਰੋ ਤੁਹਾਨੂੰ ਦਿੱਤੀ ਹੋਈ ਹੈ। ਹਰ ਵੇਦ ਅਵਰ ਨਾ ਦੇਖੋ ਕੋਈ। ਪਰ ਨੇਤਰੋ ਤੁਹਾਨੂੰ ਵੀ ਚਾਹੀਦਾ ਹੈ, ਜਿਸ ਵਾਹਿਗੁਰੂ ਨੇ ਤੁਹਾਨੂੰ ਵੇਖਣ ਦੀ ਤਾਕਤ ਦਿੱਤੀ ਹੈ ਨਾ, ਤੁਹਾਡੇ ਵਿੱਚ ਵੇਖਣ ਵਾਲੀ ਜੋਤ ਪਾਈ ਹੋਈ ਹੈ,
ਤੇ ਤੁਸੀਂ ਉਸ ਹਰੀ ਨੂੰ ਵੇਖੋ। ਉਸ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਨਾ ਵੇਖੋ। ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਨੂੰ ਤੁਸੀਂ ਨਾ ਵੇਖੋ। ਜਿਸ ਵਾਹਿਗੁਰੂ ਨੇ ਤੁਹਾਡੇ ਵਿੱਚ ਵੇਖਣ ਵਾਲੀ ਇਹ ਜੋਤ, ਵੇਖਣ ਵਾਲੀ ਸੱਤਾ ਪਾਈ ਹੋਈ ਹੈ, ਤੇ ਉਸ ਹਰੀ ਤੋਂ ਬਿਨਾ ਤੁਸੀਂ ਹੋਰ ਕਿਸੇ ਨੂੰ ਨਾ ਵੇਖੋ, ਉਸ ਹਰੀ ਨੂੰ ਵੇਖੋ। ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖੋ। ਤਾਂ ਇਹ ਉਪਦੇਸ਼ ਸਤ ਸੰਗਤ ਦੇ ਵਿੱਚੋਂ ਇਹਨਾਂ ਨੇਤਰਾਂ ਨੂੰ ਮਿਲਦਾ। ਇਹ ਤਬਦੀਲੀ ਇਹਨਾਂ ਅੱਖੀਆਂ ਦੇ ਵਿੱਚ ਆਉਂਦੀ ਹੈ। ਸਤ ਸੰਗਤ ਕਰਦਿਆਂ ਕਰਦਿਆਂ ਆਉਣੀ ਚਾਹੀਦੀ ਹੈ, ਕਿਉਂਕਿ ਸਤ ਸੰਗੀ ਮਨੁੱਖ ਸਤ ਸੰਗਤ ਕਰਦਾ ਹੋਇਆ ਸੱਚ ਨਾਲ ਜੁੜਦਾ ਹੈ, ਤੇ ਫਿਰ ਉਹਨੂੰ ਇਹ ਅੱਖਾਂ ਦੇ ਰਾਹੀਂ ਵਾਹਿਗੁਰੂ ਪਰਮੇਸ਼ਰ ਨੂੰ ਵੇਖਣ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਵੀ ਤਬਦੀਲੀ ਹੈ, ਸਤ ਸੰਗਤ ਦੀ ਬਖਸ਼ਿਸ਼ ਹੈ। ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਆ ਵੀ ਇਹ ਨੇਤਰੋ, ਹਰੀ ਪਰਮੇਸ਼ਰ ਤੋਂ ਬਿਨਾਂ ਤੁਸੀਂ ਹੋਰ ਨੂੰ ਨਾ ਵੇਖੋ, ਕਿਉਂਕਿ ਇਹ ਤਾਕਤ ਜਿਹੜੀ ਹੈ ਨੇਤਰਾਂ ਨੂੰ ਪ੍ਰਾਪਤ ਸਤ ਸੰਗਤ ਦੇ ਵਿੱਚੋਂ ਹੀ ਹੋਣੀ ਹੈ। ਗੁਰੂ ਕੀ ਕਿਰਪਾ ਦੇ ਨਾਲ ਹੀ ਹੋਣੀ ਵੀ ਇਹ ਅੱਖਾਂ ਵਾਹਿਗੁਰੂ ਪਰਮੇਸ਼ਰ ਨੂੰ ਵੇਖਣ ਵਾਲੀਆਂ ਬਣ ਜਾਣ। ਬਾਕੀ ਤਾਂ ਸਭ ਕੁਝ ਇਹ ਅੱਖਾਂ ਵੇਖਦੀਆਂ ਹੀ ਹਨ। ਸੰਸਾਰ ਵੇਖ ਰਹੀਆਂ ਹਨ, ਸਾਰੇ ਸਰੀਰ ਵੇਖ ਰਹੀਆਂ ਹਨ, ਪਰਿਵਾਰ ਨੂੰ ਵੇਖ ਰਹੀਆਂ, ਪਦਾਰਥ ਨੂੰ ਵੇਖ ਰਹੀਆਂ, ਸਭ ਕੁਝ ਵੇਖ ਰਹੀਆਂ। ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹਨਾਂ ਨੇਤਰਾਂ ਨੂੰ, ਇਹਨਾਂ ਅੱਖੀਆਂ ਨੂੰ ਕਹਿ ਰਹੇ ਆ ਕਿ ਜਿਸ ਵਾਹਿਗੁਰੂ ਨੇ ਤੁਹਾਨੂੰ ਵੇਖਣ ਦੀ ਤਾਕਤ ਦਿੱਤੀ ਹੈ, ਤੁਸੀਂ ਉਹਨੂੰ ਵੀ ਵੇਖੋ। ਜੋ ਵਾਹਿਗੁਰੂ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ, ਘਟ ਘਟ ਵਿੱਚ ਵਸਿਆ ਹੋਇਆ ਹੈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਹਰੀ ਪਰਮੇਸ਼ਰ ਤੋਂ ਬਿਨਾ ਹੋਰ ਨੂੰ ਤੁਸੀਂ ਨਾ ਵੇਖਣਾ ਕਰੋ। ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਪਰਮੇਸ਼ਰ ਤੋਂ ਬਿਨਾ ਅਵਰ ਹੋਰ ਕਿਸੇ ਥਾਂ ਤੇ ਹੋਰ ਕਿਸੇ ਨੂੰ ਨਾ ਵੇਖਣਾ ਕਰੋ। ਇਹਦਾ ਭਾਵ ਕੀ ਹੋਇਆ ਵੀ ਬਾਕੀ ਕੁਝ ਵੀ ਵੇਖਣਾ ਨਹੀਂ ਹੈ। ਮਹਾਰਾਜ ਕਹਿੰਦੇ ਨਹੀਂ, ਰਹਿਣਾ ਤੇ ਸੰਸਾਰ ਵਿੱਚ ਹੀ ਹੈ, ਪਰਿਵਾਰ ਵਿੱਚ ਵੀ ਹੈ। ਪਰਿਵਾਰ ਵੀ ਦਿਸੇਗਾ, ਸੰਸਾਰ ਵੀ ਦਿਸੇਗਾ, ਪਦਾਰਥ ਵੀ ਦਿਸੇਗਾ, ਪਰ ਸਭ ਕੁਝ ਦੇ ਵਿੱਚੋਂ ਵਾਹਿਗੁਰੂ ਨੂੰ ਵੇਖਣਾ। ਸਾਰੀ ਸ੍ਰਿਸ਼ਟੀ ਦੇ ਵਿੱਚੋਂ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਤੱਕਣਾ। ਇਹ ਨਜ਼ਰ ਜਿਹੜੀ ਹੈ ਨੇਤਰੋ ਪ੍ਰਾਪਤ ਕਰੋ। ਇਹ ਨਜ਼ਰ ਪ੍ਰਾਪਤ ਕਰੋ ਕਿ ਇਸ ਸਾਰੇ ਪਦਾਰਥ ਦੇ ਵਿੱਚੋਂ ਵੀ ਪ੍ਰਮਾਤਮਾ ਦਾ ਦਰਸ਼ਨ ਕਰੋ। ਪਰਿਵਾਰ, ਸੰਸਾਰ, ਸਾਰੀ ਰਚਨਾ ਦੇ ਵਿੱਚੋਂ ਸਿਰਜਣਹਾਰ ਨੂੰ ਤੱਕੋ। ਇਹ ਦ੍ਰਿਸ਼ਟੀ ਪ੍ਰਾਪਤ ਹੋਈ ਹੈ ਭਗਤਾਂ ਨੂੰ, ਸੰਤਾਂ ਨੂੰ, ਗੁਰਮੁਖਾਂ ਨੂੰ। ਤਾਂ ਹੀ ਉਹਨਾਂ ਨੇ ਕਹਿ ਦਿੱਤਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸੰਤਾਂ ਨੇ ਪੁਕਾਰ ਕੇ ਆਖਿਆ ਨਾ ਵੀ ਘਟ ਘਟ ਵਿੱਚ ਹਰੀ ਵਸਿਆ ਹੋਇਆ, ਉਹਨਾਂ ਨੇ ਵੇਖਿਆ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਹੀ ਹੋਰ ਹਨ ਜਿਨ੍ਹਾਂ ਦੇ ਨਾਲ ਮੇਰਾ ਪਿਆਰਾ ਉਹ ਪਤੀ ਪ੍ਰਮਾਤਮਾ ਦਿਸਦਾ ਹੈ। ਹੋਰ ਤੋਂ ਕੀ ਭਾਵ ਹੋਇਆ ਵੀ ਇਹਨਾਂ ਦੋਨਾਂ ਅੱਖਾਂ ਤੋਂ ਇਲਾਵਾ ਕੋਈ ਹੋਰ ਅੱਖਾਂ ਹਨ? ਨਹੀਂ, ਅੱਖਾਂ ਤੇ ਇਹ ਹੀ ਰਹਿਣਗੀਆਂ, ਪਰ ਨਜ਼ਰ ਬਦਲ ਜਾਵੇਗੀ। ਨਜ਼ਰ, ਭਾਵਨਾ ਬਦਲ ਜਾਵੇਗੀ। ਵੇਖਣ ਵਾਲੀ ਜਿਹੜੀ ਦ੍ਰਿਸ਼ਟੀ ਹੈ ਉਹ ਬਦਲ ਜਾਵੇਗੀ। ਅੱਖਾਂ ਉਹੀ ਹੁੰਦੀਆਂ ਹਨ, ਇੱਕੋ ਹੀ ਅੱਖਾਂ ਹੁੰਦੀਆਂ, ਪਰ ਵਿੱਚ ਵੇਖਣ ਦੇ ਜਿਹੜਾ ਹਾਵ ਭਾਵ ਹੈ ਉਹ ਬਦਲ ਜਾਂਦਾ। ਉਹਨਾਂ ਅੱਖਾਂ ਦੇ ਨਾਲ ਹੀ ਮਨੁੱਖ ਆਪਣੀ ਮਾਤਾ ਨੂੰ ਵੇਖਦਾ ਹੈ, ਪਿਤਾ ਨੂੰ ਵੇਖਦਾ ਹੈ, ਭਰਾਵਾਂ ਨੂੰ ਵੇਖਦਾ ਹੈ। ਉਹਨਾਂ ਅੱਖਾਂ ਦੇ ਨਾਲ ਹੀ ਭੈਣ ਨੂੰ ਵੇਖਦਾ ਹੈ, ਤੇ ਉਹਨਾਂ ਅੱਖਾਂ ਦੇ ਨਾਲ ਹੀ ਪਤਨੀ ਨੂੰ ਵੇਖਦਾ। ਹੁਣ ਅੱਖਾਂ ਤੇ ਨਹੀਂ ਬਦਲਦੀਆਂ, ਅੱਖਾਂ ਤੇ ਉਹੀ ਰਹਿੰਦੀਆਂ, ਪਰ ਭੈਣ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ, ਪਤਨੀ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ, ਭਰਾ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ,
ਤੇ ਪਤੀ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ। ਇੱਕ ਭਾਵ ਬਦਲਦਾ ਵਿੱਚ, ਅੱਖਾਂ ਤੇ ਨਹੀਂ ਬਦਲਦੀਆਂ। ਧੀ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ, ਪਤਨੀ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ, ਮਾਤਾ ਨੂੰ ਵੇਖਣ ਵਾਲੀ ਨਜ਼ਰ ਹੋਰ ਹੁੰਦੀ ਹੈ। ਉਹ ਅੱਖਾਂ ਦੀ ਤਸਵੀਰ ਹੀ ਬਦਲਦੀ ਹੈ, ਅੱਖਾਂ ਤੇ ਨਹੀਂ, ਅੱਖਾਂ ਤੇ ਉਹੀ ਰਹਿੰਦੀਆਂ ਹਨ। ਤਾਂ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਵੀ ਨੇਤਰੋ, ਤੁਸੀਂ ਜਿੱਥੇ ਹੋਰ ਸਭ ਕੁਝ ਵੇਖ ਰਹੇ ਹੋ, ਉੱਥੇ ਵਾਹਿਗੁਰੂ ਨੂੰ ਵੇਖੋ। ਇਹ ਸਾਰੀ ਰਚਨਾ ਦੇ ਵਿੱਚੋਂ ਇਹ ਨਜ਼ਰ ਮਿਲੀ ਹੈ ਭਗਤਾਂ ਨੂੰ, ਸੰਤਾਂ ਨੂੰ, ਗੁਰਮੁਖਾਂ ਨੂੰ। ਭਗਤ ਕਬੀਰ ਸਾਹਿਬ ਜੀ ਨੂੰ ਇਹ ਦ੍ਰਿਸ਼ਟੀ ਮਿਲੀ ਹੈ, ਤਾਂ ਉਹ ਸਾਰੇ ਪਾਸੇ ਵਾਹਿਗੁਰੂ ਨੂੰ ਵੇਖਦੇ ਹਨ, ਸਰਬ ਵਿਆਪਕ ਨੂੰ ਵੇਖਦੇ ਹਨ, ਘਟ ਘਟ ਵਾਸੀ ਨੂੰ ਵੇਖਦੇ ਹਨ। ਤਾਂ ਹੀ ਭਗਤ ਜੀ ਨੇ ਫਿਰ ਆਪਣੀ ਰਸਨਾ ਤੋਂ ਬੋਲਿਆ, ਆਖਿਆ ਅਵਲ ਅੱਲ੍ਹਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਇਹ ਭਗਤ ਨੇ ਆਖਿਆ ਵੀ ਸਾਰੇ ਬੰਦੇ ਜਿਹੜੇ ਆ, ਇਹ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਉਹਦੀ ਕੁਦਰਤ ਦੇ ਬੰਦੇ, ਇਹ ਪ੍ਰਭੂ ਦੀ ਰਚਨਾ ਵਾ, ਉਹਦੇ ਬੰਦੇ ਆ ਸਾਰੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ, ਤੇ ਕੌਣ ਚੰਗੇ ਆ ਤੇ ਕੌਣ ਮੰਦੇ ਆ। ਇਹ ਦ੍ਰਿਸ਼ਟੀ, ਉੱਚੀ ਦ੍ਰਿਸ਼ਟੀ, ਉੱਚਾ ਨਜ਼ਰੀਆ, ਇਹ ਭਗਤ ਕਬੀਰ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਬ੍ਰਹਮ ਦ੍ਰਿਸ਼ਟੀ, ਇਸ ਨੂੰ ਬ੍ਰਹਮ ਦ੍ਰਿਸ਼ਟੀ ਆਖਿਆ। ਦ੍ਰਿਸ਼ਟੀ ਕਈ ਤਰ੍ਹਾਂ ਦੀ ਹੁੰਦੀ ਹੈ, ਨਜ਼ਰ ਕਈ ਤਰ੍ਹਾਂ ਦੀ ਹੁੰਦੀ ਹੈ। ਇੱਕ ਚੰਮ ਦ੍ਰਿਸ਼ਟੀ ਹੈ, ਇੱਕ ਬ੍ਰਹਮ ਦ੍ਰਿਸ਼ਟੀ ਹੈ। ਚੰਮ ਦ੍ਰਿਸ਼ਟੀ ਉਹ ਹੁੰਦੀ ਹੈ ਜਿਹੜੀ ਸਿਰਫ ਬਾਹਰੋਂ ਚੰਮ ਨੂੰ ਵੇਖਣ ਤੀਕ ਹੀ ਸੀਮਤ ਹੁੰਦੀ ਹੈ, ਵੀ ਇਹ ਚੰਮ ਚਿੱਟਾ ਹੈ, ਚੰਮ ਕਾਲਾ ਹੈ, ਚੰਮ ਕਣਕਵੰਨਾ ਹੈ, ਚੰਮ ਜਿਹੜਾ ਹੈ ਪਤਲਾ ਹੈ, ਚੰਮ ਮੋਟਾ ਹੈ, ਲੰਮਾ ਹੈ, ਛੋਟਾ ਹੈ। ਸਿਰਫ ਚੰਮ ਤੀਕ ਹੀ ਸੀਮਤ, ਜੋ ਬਾਹਰੋਂ ਜਾਤ ਗੋਤ ਨੂੰ ਹੀ ਵੇਖਣ ਤੀਕ ਸੀਮਤ ਹੈ। ਪਰ ਇੱਕ ਹੈ ਬ੍ਰਹਮ ਦ੍ਰਿਸ਼ਟੀ, ਉਸ ਦ੍ਰਿਸ਼ਟੀ ਦੇ ਵਿੱਚ ਬਾਹਰਲੇ ਆਕਾਰ ਨਹੀਂ, ਉਹ ਅੰਦਰਲੀ ਜੋਤ ਨੂੰ ਵੇਖਦੀ ਹੈ, ਉਹ ਵਾਹਿਗੁਰੂ ਨੂੰ ਵੇਖਦੀ ਹੈ, ਜਿਸ ਨੂੰ ਬਾਣੀ ਵਿੱਚ ਆਖਿਆ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਉਹ ਸਭ ਮਹਿ ਜਿਹੜੀ ਜੋਤ ਹੈ ਨਾ, ਉਹ ਜੋਤ ਨੂੰ ਵੇਖਦੀ। ਭਗਤਾਂ ਨੂੰ ਤੇ ਐਸੀ ਦ੍ਰਿਸ਼ਟੀ ਪ੍ਰਾਪਤ ਹੋਈ, ਇਨਸਾਨਾਂ ਵਿੱਚ ਤਾਂ ਉਹਨਾਂ ਨੇ ਭਗਵਾਨ ਵੇਖਣਾ ਹੀ ਸੀ, ਉਹਨਾਂ ਤੇ ਪਸ਼ੂਆਂ ਪੰਛੀਆਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਨੂੰ ਤੱਕਿਆ, ਪ੍ਰਭੂ ਜੋਤ ਨੂੰ ਤੱਕਿਆ। ਜਿਵੇਂ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਹੁਣ ਇਹ ਘਟ ਘਟ ਰਾਮ ਸਮਾਨਾ ਨੂੰ ਵੇਖਣ ਵਾਲੀ ਦ੍ਰਿਸ਼ਟੀ ਜਿਹੜੀ ਹੈ, ਉਹ ਭਗਤ ਨਾਮਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ। ਅਸਥਾਵਰ ਜੰਗਮ, ਕੀਟ ਪਤੰਗਮ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਨੂੰ ਤੱਕਣ ਵਾਲੀ, ਕੀੜਿਆਂ ਵਿੱਚ, ਪਤੰਗਿਆਂ ਵਿੱਚ, ਅਸਥਾਵਰ ਇੱਕ ਥਾਂ ਤੇ ਰਹਿਣ ਵਾਲੇ, ਪੱਥਰ ਦਰਖਤ ਆਦਿਕ, ਜੰਗਮ ਜਿਹੜੇ ਜਗ੍ਹਾ ਜਗ੍ਹਾ ਪਸ਼ੂ ਪੰਛੀ ਵਿਚਰਨ ਵਾਲੇ, ਉਹਨਾਂ ਵਿੱਚ ਵੀ ਤੱਕਣ ਵਾਲੀ ਇਹ ਜਿਹੜੀ ਦ੍ਰਿਸ਼ਟੀ ਹੈ, ਭਗਤ ਨਾਮਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ। ਤਾਂ ਚੰਮ ਦ੍ਰਿਸ਼ਟੀ ਜਿਹੜੀ, ਉਹ ਚੰਮ ਤੀਕ ਹੀ ਵੇਖਣ ਤੇ ਸੰਯਮਤ ਰਹਿੰਦੀ ਹੈ। ਜਿਵੇਂ ਉਹ ਅਸ਼ਟਾਵਕਰ ਜੀ ਗਏ ਸੀ ਰਾਜੇ ਜਨਕ ਦੀ ਸਭਾ ਦੇ ਵਿੱਚ ਰਾਜੇ ਨੂੰ ਗਿਆਨ ਉਪਦੇਸ਼ ਦੇਣ ਵਾਸਤੇ, ਤਾਂ ਉਹਨਾਂ ਦਾ ਸਰੀਰ ਦੇ ਵਿੱਚ 8 ਵਲ ਪੈਂਦੇ ਸੀ। ਉਹ ਜਿੰਨੇ ਸਭਾ ਵਿੱਚ ਮੰਤਰੀ ਸੰਤਰੀ ਬੈਠੇ, ਵਿਦਵਾਨ ਲੋਕ ਬੈਠੇ, ਉਹ ਸਾਰੇ ਵੇਖ ਕੇ ਹੱਸਣ ਲੱਗ ਪਏ ਵੀ ਆ ਵਿੰਗਾ ਟੇਢਾ ਜਿਹਾ ਇਹ ਆਇਆ ਵਾ ਰਾਜੇ ਨੂੰ ਉਪਦੇਸ਼ ਦੇਣ ਵਾਸਤੇ, ਇਹ ਕੀ ਉਪਦੇਸ਼ ਦੇਵੇਗਾ। 8 ਵਲ ਪੈਂਦੇ ਦੇ ਸਰੀਰ ਦੇ ਵਿੱਚ। ਤਾਂ ਉਸ ਵੇਲੇ ਅਸ਼ਟਾਵਕਰ ਸਾਧੂ ਨੇ ਆਖਿਆ ਸੀ ਵੀ ਰਾਜਾ, ਜਿੰਨੇ ਬਿਠਾਏ ਤੂੰ ਆਪਣੀ ਸਭਾ ਦੇ ਵਿੱਚ ਸਾਰੇ ਚਮਿਆਰ ਹੀ ਬਿਠਾਏ ਆ। ਰਾਜੇ ਆਖਿਆ ਵੀ ਇਹ ਤਾਂ ਕੋਈ ਬ੍ਰਾਹਮਣ ਆ, ਕੋਈ ਛਤਰੀ ਆ, ਵੱਡੇ ਵੱਡੇ ਵਿਦਵਾਨ ਸਿਆਣੇ ਲੋਕ ਵਾ, ਤੇ ਤੁਸੀਂ ਇਹਨਾਂ ਸਾਰਿਆਂ ਨੂੰ ਚਮਿਆਰ ਕਹਿ ਰਹੇ।
ਤੇ ਉਸ ਮਹਾਂਪੁਰਖ ਨੇ ਆਖਿਆ ਸੀ, ਚਮਿਆਰ ਮੈਂ ਤਾਂ ਕਹਿ ਰਿਹਾ ਵਾਂ, ਮੇਰੇ ਚੰਮ ਵੱਲੇ ਵੇਖ ਕੇ ਹੱਸੇ ਆ। ਇਹਨਾਂ ਦੀ ਨਜ਼ਰ ਸਿਰਫ ਮੇਰੇ ਚੰਮ ਤੀਕ ਗਈ ਆ ਵੀ ਇਹਦੇ ਚੰਮ ਦੇ ਵਿੱਚ 8 ਵਲ ਪੈਂਦੇ ਆ, 8 ਥਾਂ ਤੋਂ ਵਿੰਗਾ ਵਾ ਸਰੀਰ। ਤੇ ਜਿਹੜਾ ਚੰਮ ਨੂੰ ਵੇਖਣ ਵਾਲਾ ਸਿਰਫ ਚੰਮ ਤੀਕ ਹੀ ਸੀਮਤ ਹੈ, ਉਹ ਚਮਿਆਰ ਹੁੰਦਾ। ਇਸ ਕਰਕੇ ਭਾਵੇਂ ਵੱਡੇ ਵੱਡੇ ਵਿਦਵਾਨ ਆ ਤੇ ਭਾਵੇਂ ਬ੍ਰਾਹਮਣ ਤੇ ਛਤਰੀ ਆ, ਪਰ ਇਹਨਾਂ ਦੀ ਦ੍ਰਿਸ਼ਟੀ ਹਾਲੇ ਚੰਮ ਤੇ ਹੀ ਖਲੋਤੀ ਹੋਈ ਆ। ਇਹ ਚੰਮ ਨੂੰ ਵੇਖਣ ਵਾਲੇ ਹੀ ਆ, ਬ੍ਰਹਮ ਨੂੰ ਵੇਖਣ ਵਾਲੇ ਨਹੀਂ ਹਨ। ਇਹਨਾਂ ਨੇ ਮੇਰੀ ਦੇਹ ਨੂੰ ਬਾਹਰੋਂ ਹੀ ਵੇਖਿਆ ਹੈ, ਇਹਨਾਂ ਦੀ ਦ੍ਰਿਸ਼ਟੀ ਬ੍ਰਹਮ ਤੀਕ ਪਹੁੰਚੀ ਨਹੀਂ ਹੈ। ਤਾਂ ਜਿਹੜੀ ਦ੍ਰਿਸ਼ਟੀ ਐਸੀ ਹੈ, ਉਹ ਬਾਹਰੋਂ ਸਰੀਰ ਦੇ ਜਾਤਾਂ, ਨਸਲਾਂ, ਗੋਤਾਂ, ਵੱਡਾ ਛੋਟਾ, ਅਮੀਰ ਗਰੀਬ, ਇਹ ਕੁਝ ਵੇਖਦੀ ਹੈ। ਚੰਮ ਦ੍ਰਿਸ਼ਟੀ, ਅਗਿਆਨ ਵਾਲੀ ਦ੍ਰਿਸ਼ਟੀ। ਤੇ ਜਿਹੜੀ ਬ੍ਰਹਮ ਦ੍ਰਿਸ਼ਟੀ ਹੈ, ਫਿਰ ਬ੍ਰਹਮ ਦ੍ਰਿਸ਼ਟੀ ਦੇ ਵਿੱਚ ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ ਹੈ, ਤੇ ਨਾ ਕੋਈ ਅਮੀਰ ਹੈ, ਨਾ ਕੋਈ ਗਰੀਬ ਹੈ। ਉੱਥੇ ਫਿਰ ਸਾਰੀ ਬਰਾਬਰਤਾ ਹੋ ਜਾਂਦੀ। ਉਹ ਫਿਰ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਵੇਖਦੇ। ਉੱਥੇ ਤਾਂ ਨਾ ਕੋਈ ਮਿੱਤਰ ਹੈ ਤੇ ਨਾ ਕੋਈ ਦੁਸ਼ਮਣ ਹੈ। ਫਿਰ ਇਹ ਵੀ ਹੈ, ਉਹ ਬ੍ਰਹਮ ਗਿਆਨੀਆਂ ਨੂੰ ਪ੍ਰਾਪਤ ਹੁੰਦੀ ਹੈ ਦ੍ਰਿਸ਼ਟੀ। ਉਂਝ ਦ੍ਰਿਸ਼ਟੀ ਦੇ ਬਾਰੇ, ਨਜ਼ਰ ਦੇ ਬਾਰੇ ਐਸਾ ਵੀ ਲਿਖਿਆ ਹੈ ਕਿ 2-2 ਅੱਖਾਂ ਤੇ ਸਾਰਿਆਂ ਦੀਆਂ ਹਨ, 2 ਅੱਖਾਂ ਦੇ ਥਾਣੀ ਸਾਰੇ ਲੋਕ ਵੇਖਦੇ ਆ। ਤੀਜੀ ਅੱਖ ਜਿਹੜੀ ਉਹ ਵਿਦਵਾਨ ਦੇ ਕੋਲੇ ਹੈ, ਤੇ 7 ਅੱਖਾਂ ਜਿਹੜੀਆਂ ਉਹ ਪੰਡਤ ਦੇ ਕੋਲੇ ਆ। ਪੰਡਤ ਵੱਡੇ ਵਿਦਵਾਨ ਨੂੰ ਆਖਿਆ 7 ਅੱਖਾਂ ਜਿੰਨੀ ਉਹਦੇ ਕੋਲੇ ਨਜ਼ਰ ਹੈ। ਤੇ ਜਿਹੜਾ ਬ੍ਰਹਮ ਗਿਆਨੀ, ਉਹਦੀਆਂ ਅੱਖਾਂ ਕੋਈ ਗਿਣ ਹੀ ਨਹੀਂ ਸਕਦਾ ਕਿ ਉਹਨੂੰ ਨਜ਼ਰ ਐਸੀ ਪ੍ਰਾਪਤ ਹੁੰਦੀ ਹੈ। 2 ਲੋਚਨ ਸਰਬਾਨਾ, ਵਿਦਵਾਨਾ ਤਰਈ ਲੋਚਨਾ, ਪੰਡਤਾਨਾ ਸਪਤਾਨਾ, ਬ੍ਰਹਮ ਗਿਆਨੀ ਅਨੰਤ ਲੋਚਨਾ। ਬ੍ਰਹਮ ਗਿਆਨੀ ਨੂੰ ਐਸੀ ਨਜ਼ਰ ਮਿਲੀ ਹੈ, ਜਾਣੋ ਕਿ ਉਹਨੂੰ ਅਨੇਕਾਂ ਹੀ ਅੱਖਾਂ ਮਿਲੀਆਂ ਹੋਈਆਂ। ਬ੍ਰਹਮ ਗਿਆਨੀ ਨੂੰ ਉਹ ਨਜ਼ਰ ਮਿਲੀ ਹੈ, ਬ੍ਰਹਮ ਦ੍ਰਿਸ਼ਟੀ ਮਿਲੀ ਹੈ, ਜਿਸ ਦੇ ਨਾਲ ਉਹ ਵਾਹਿਗੁਰੂ ਨੂੰ ਵੇਖਦਾ। ਤੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇਤਰਾਂ ਨੂੰ ਉਹ ਦ੍ਰਿਸ਼ਟੀ ਦੇਣ ਵਾਸਤੇ ਕਹਿ ਰਹੇ ਹਨ ਕਿ ਮੇਰੇ ਉਹ ਨੇਤਰੋ, ਤੁਹਾਡੇ ਵਿੱਚ ਵਾਹਿਗੁਰੂ ਨੇ ਆਪਣੀ ਜੋਤ ਰੱਖੀ ਹੋਈ ਹੈ, ਵੇਖਣ ਦੀ ਸੱਤਾ ਰੱਖੀ ਹੋਈ ਹੈ। ਇਸ ਕਰਕੇ ਉਸ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖੋ, ਕਿਉਂਕਿ ਸਾਰਿਆਂ ਥਾਵਾਂ ਤੇ ਹਰੀ ਪਰਮੇਸ਼ਰ ਹੀ ਵਸਿਆ ਹੋਇਆ, ਤੇ ਉਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਜਿਨ੍ਹਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ, ਉਹਨਾਂ ਨੇ ਕਹਿ ਦਿੱਤਾ ਵੀ ਪਰਮੇਸ਼ਰ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ। ਜਿਗਿਆਸੂ ਨੇ ਆਖਿਆ, ਜੀ ਆਹ ਤੇ ਵੱਖ-ਵੱਖ ਤਰ੍ਹਾਂ ਦੀ ਸ੍ਰਿਸ਼ਟੀ ਹੈ, ਤੁਸੀਂ ਕਹਿੰਦੇ ਹੋ ਸਭ ਪਾਸੇ ਵਾਹਿਗੁਰੂ, ਉਹਦੇ ਤੋਂ ਬਿਨਾਂ ਕੋਈ ਹੈ ਨਹੀਂ। ਆ ਕਿੰਨੇ ਮਨੁੱਖ ਆ, ਕਿੰਨੀਆਂ ਇਸਤਰੀਆਂ, ਤੇ ਕਿੰਨੀ ਤਰ੍ਹਾਂ ਦੀ ਰਚਨਾ, ਇਹ ਤਾਂ ਬੜਾ ਵਖਰੇਵਾ ਹੈ। ਕਹਿੰਦੇ ਨਹੀਂ, ਇਹ ਤੇਰੀ ਨਜ਼ਰ ਦੇ ਵਿੱਚ ਵਖਰੇਵਾ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਆਖਿਆ, ਨਹੀਂ, ਜਿਸ ਵੇਲੇ ਬ੍ਰਹਮ ਦ੍ਰਿਸ਼ਟੀ ਮਿਲਦੀ ਹੈ ਤੇ ਫਿਰ ਇਹ ਵਖਰੇਵਾ ਨਹੀਂ ਭਾਸਦਾ। ਜਿਵੇਂ ਸੋਨੇ ਦੇ ਗਹਿਣੇ ਜਿਹੜੇ ਬਣੇ ਹੋਏ ਆ, ਇੱਕ ਦੀ ਨਜ਼ਰ ਵੇਖਦੀ ਆ ਵੀ ਇਹ ਵੱਖ-ਵੱਖ ਤਰ੍ਹਾਂ ਦੇ ਗਹਿਣੇ ਆ, ਇਹ ਕੜਾ ਹੈ, ਛਾਪ ਹੈ, ਛੱਲਾ ਹੈ, ਮੁੰਦਰੀ ਹੈ, ਹੋਰ ਤਰ੍ਹਾਂ ਦੇ ਗਹਿਣੇ ਆ। ਪਰ ਇੱਕ ਸੁਨਿਆਰੇ ਦੀ ਨਜ਼ਰ ਹੈ, ਉਹ ਗਹਿਣਿਆਂ ਦਾ ਆਕਾਰ ਨਹੀਂ ਵੇਖਦਾ, ਉਹ ਸਿਰਫ ਸੋਨਾ ਹੀ ਵੇਖਦਾ ਹੈ ਵੀ ਸਾਰੇ ਸੋਨਾ ਹੀ ਆ। ਇਸੇ ਤਰ੍ਹਾਂ ਕਨਕ ਕਟਕ ਜਲ ਤਰੰਗ ਜੈਸਾ, ਇੱਕ ਦੀ ਦ੍ਰਿਸ਼ਟੀ ਵੇਖਦੀ ਆ ਜਾਂ ਪਾਣੀ ਦੇ ਉੱਤੇ ਕਿੰਨੇ ਤਰ੍ਹਾਂ ਦੀਆਂ ਲਹਿਰਾਂ ਬਣੀਆਂ ਹੋਈਆਂ, ਪਾਣੀ ਦੇ ਉੱਤੇ ਕਿੰਨੇ ਬੁਲਬੁਲੇ ਬਣੇ ਹੋਏ ਹਨ, ਪਾਣੀ ਦੇ ਉੱਤੇ ਕਿੰਨੇ ਪ੍ਰਕਾਰ ਦੀ ਝੱਗ ਬਣੀ ਹੋਈ ਹੈ, ਕਿੰਨੀਆਂ ਲਹਿਰਾਂ ਬਣੀਆਂ ਹੋਈਆਂ, ਉਹ ਵਖਰੇਵਾ ਵੇਖਦਾ। ਪਰ ਇੱਕ ਦੀ ਦ੍ਰਿਸ਼ਟੀ ਹੈ, ਉਹ ਕਹਿੰਦਾ ਭਾਵੇਂ ਝੱਗ ਹੈ, ਭਾਵੇਂ ਬੁਲਬੁਲੇ ਆ, ਭਾਵੇਂ ਲਹਿਰਾਂ ਵਾ, ਪਰ ਹੈ ਸਾਰਾ ਪਾਣੀ। ਪਾਣੀ ਤੋਂ ਬਿਨਾਂ ਨਹੀਂ ਹੈ। ਇਹ ਲਹਿਰਾਂ ਵੀ ਪਾਣੀ ਵਿੱਚੋਂ ਹੀ ਬਣੀਆਂ, ਹਵਾ ਦੇ ਨਾਲ, ਹਵਾ ਦੀ ਉਪਾਧੀ ਦੇ ਨਾਲ ਇਹ ਪਾਣੀ ਦੇ ਵਿੱਚੋਂ ਹੀ ਲਹਿਰਾਂ ਬਣੀਆਂ। ਇਹ ਪਾਣੀ ਦੇ ਵਿੱਚ ਹੀ ਬੁਲਬੁਲੇ ਬਣੇ, ਇਹ ਪਾਣੀ ਦੇ ਵਿੱਚੋਂ ਹੀ ਝੱਗ ਬਣੀ ਹੈ। ਇਸ ਕਰਕੇ ਸਾਰਾ ਹੈ ਪਾਣੀ। ਇਹ ਜਿੰਨਾ ਸੰਸਾਰ ਹੈ, ਇਹ ਨਿਰੰਕਾਰ ਵਿੱਚੋਂ ਹੀ ਪੈਦਾ ਹੋਇਆ ਤੇ ਸਾਰੇ ਪਾਸੇ ਨਿਰੰਕਾਰ ਹੀ ਵਿਆਪਕ ਹੈ।
ਕਰਤਾਰ ਹੀ ਵਿਆਪਕ ਹੈ, ਤੁਧ ਬਿਨ ਦੂਜਾ ਨਾਹੀ ਕੋਏ। ਉਹਦੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਪਰ ਇਹ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੈ। ਇਹ ਦ੍ਰਿਸ਼ਟੀ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਣ ਵਾਲੀ ਦ੍ਰਿਸ਼ਟੀ ਹੈ ਕਿ ਸਾਰੇ ਪਾਸੇ ਵਾਹਿਗੁਰੂ ਜੀ ਦੀ ਜੋਤ ਨੂੰ ਤੱਕਣਾ, ਸਭ ਦੇ ਵਿੱਚ ਵੇਖਣਾ। ਉੱਥੇ ਜਾ ਕੇ ਫਿਰ ਕੋਈ ਕਹਿੰਦਾ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਉੱਥੇ ਜਾ ਕਰਕੇ ਫਿਰ ਕੋਈ ਕਹਿੰਦਾ ਹੈ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਕਾ ਭਰਮਣਾ ਭੂਲਾ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਭ ਠਾਈ ਰਹਾਓ। ਉੱਥੇ ਜਾ ਕੇ ਫਿਰ ਕੋਈ ਆਖਦਾ ਹੈ, ਪ੍ਰਭੂ ਦਾ ਪਿਆਰਾ ਭਗਤ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰ। ਇੱਕੋ ਮਿੱਟੀ ਲਾਈ ਸਾਰੇ ਭਾਂਡਿਆਂ, ਕੋਈ ਭਾਂਡਾ ਛੋਟਾ ਬਣਾਤਾ, ਕੋਈ ਵੱਡਾ ਬਣਾ ਦਿੱਤਾ। ਇੱਕੋ ਪੰਜਾਂ ਤੱਤਾਂ ਦੀ ਮਿੱਟੀ ਦੇ ਸਾਰੇ ਸਰੀਰਾਂ ਰੂਪੀ ਭਾਂਡੇ ਬਣਾਏ ਹੋਏ ਆ ਕਰਤਾ ਪੁਰਖ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਜਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਉਹ ਫਿਰ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ। ਅੱਲਹੁ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹੈ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਸਾਰਿਆਂ ਥਾਵਾਂ ਤੇ ਨਿਰੰਜਨ ਨੂੰ ਵੇਖ ਲਿਆ, ਅੰਜਨ ਦੇ ਵਿੱਚ ਨਿਰੰਜਨ ਨੂੰ ਵੇਖ ਲਿਆ, ਮਾਇਆ ਦੇ ਵਿੱਚ ਉਸ ਨਿਰਲੇਪ ਸਰੂਪ ਨੂੰ ਵੇਖ ਲਿਆ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇ ਵਪਾਈਐ। ਉਹ ਜੁਗਤੀ ਪ੍ਰਾਪਤ ਹੋ ਗਈ ਪ੍ਰਭੂ ਨੂੰ ਵੇਖਣ ਵਾਲੀ। ਇਹ ਸਾਰੀ ਰਚਨਾ ਦੇ ਵਿੱਚ ਰਚਨਾ ਦਾ ਮਾਲਕ ਵਿੱਚ ਬੈਠਾ ਹੋਇਆ, ਉਹਦੇ ਰਹਿਣ ਵਾਲੀ ਇਹ ਸਾਰਾ ਸੰਸਾਰ ਇੱਕ ਕੋਠੀ ਹੈ, ਕੋਠੜੀ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਦਾ ਵਿੱਚ ਵਾਸਾ ਹੈ। ਸਾਰਿਆਂ ਦੇ ਵਿੱਚ ਉਹ ਵਸਿਆ ਹੋਇਆ। ਇਹ ਦ੍ਰਿਸ਼ਟੀ ਪ੍ਰਾਪਤ ਹੋਈ, ਬ੍ਰਹਮ ਦ੍ਰਿਸ਼ਟੀ। ਤਾਂ ਇਹ ਪ੍ਰਭੂ ਦੇ ਪਿਆਰਿਆਂ ਨੂੰ ਇਹ ਦਾਤ ਪ੍ਰਾਪਤ ਹੋਈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆ ਕਿ ਮੇਰੇ ਨੇਤਰੋ, ਹਰੀ ਪਰਮੇਸ਼ਰ ਵਾਹਿਗੁਰੂ ਜੀ ਜੋ ਸਰਬ ਵਿਆਪਕ, ਉਹਨਾਂ ਤੋਂ ਬਿਨਾਂ ਹੋਰ ਨੂੰ ਨਾ ਤੁਸੀਂ ਤੱਕਣਾ ਕਰੋ। ਸੋ ਵਾਹਿਗੁਰੂ ਜੀ ਨੂੰ ਵੇਖੋ। ਜਿਸ ਵੇਲੇ ਸਤਿਗੁਰੂ ਜੀ ਨੇ ਆਪਣੀ ਨਜ਼ਰ ਕੀਤੀ, ਬਖਸ਼ਿਸ਼ ਕੀਤੀ, ਤੇ ਗੁਰੂ ਕੀ ਦਿੱਤੀ ਹੋਈ ਨਜ਼ਰ ਦੇ ਨਾਲ ਫਿਰ ਹਰ ਨਿਹਾਲਿਆ, ਹਰੀ ਨੂੰ ਵੇਖਿਆ ਇਹਨਾਂ ਨੇਤਰਾਂ ਨੇ, ਇਹਨਾਂ ਅੱਖਾਂ ਨੇ। ਇਸੇ ਕਰਕੇ ਸਤ ਸੰਗਤ ਕਰਨੀ ਹੈ, ਇਸੇ ਕਰਕੇ ਗੁਰੂ ਦਾ ਉਪਦੇਸ਼ ਲੈਣਾ ਹੈ ਕਿ ਗੁਰੂ ਸਾਹਿਬ ਜੀ ਦੇ ਪਾਸੋਂ ਉਹ ਨਜ਼ਰ ਮਿਲ ਜਾਵੇ, ਜਿਸ ਨਜ਼ਰ ਦੇ ਨਾਲ ਅਸੀਂ ਵਾਹਿਗੁਰੂ ਨੂੰ ਵੇਖਣ ਵਾਲੇ ਬਣ ਜਾਈਏ। ਜਿਸ ਨੂੰ ਮਹਾਰਾਜ ਸਾਹਿਬ ਨੇ ਆਖਿਆ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੋ ਮਾ ਫਿਰੀ। ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਮੇਰਾ ਪਿਆਰਾ ਦਿਸਦਾ ਹੈ। ਫਿਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਹੀ ਉਹ ਅੱਖਾਂ ਲੈਣੀਆਂ ਕਿ ਮਹਾਰਾਜ, ਜਿੱਥੇ ਸਾਨੂੰ ਆਪ ਜੀ ਨੇ ਆਹ ਅੱਖਾਂ ਦਿੱਤੀਆਂ ਚੰਮਦੀਆਂ, ਚੰਮ ਨੂੰ ਵੇਖਣ ਵਾਲੀਆਂ, ਪਦਾਰਥ ਨੂੰ ਵੇਖਣ ਵਾਲੀਆਂ, ਇਹ ਬਾਹਰੀ ਆਕਾਰਾਂ ਨੂੰ ਵੇਖਣ ਵਾਲੀਆਂ, ਉੱਥੇ ਆਪ ਜੀ ਸਾਨੂੰ ਉਹ ਅੱਖਾਂ ਵੀ ਦਿਓ, ਉਹ ਬ੍ਰਹਮ ਦ੍ਰਿਸ਼ਟੀ ਵੀ ਦਿਓ, ਜਿਸ ਦੇ ਰਾਹੀਂ ਅਸੀਂ ਮਹਾਰਾਜ ਇਸ ਸੰਸਾਰ ਦੇ ਵਿੱਚ ਨਿਰੰਕਾਰ ਨੂੰ ਤੱਕ ਸਕੀਏ। ਨਦਰੀ ਹਰ ਨਿਹਾਲਿਆ। ਇਸ ਵੇਲੇ ਸਤਿਗੁਰੂ ਜੀ ਦੀ ਮਿਹਰ ਦੀ ਨਜ਼ਰ ਹੋਈ, ਦ੍ਰਿਸ਼ਟੀ ਹੋਈ, ਮਿਹਰ ਦ੍ਰਿਸ਼ਟੀ, ਤੇ ਫਿਰ ਉਹ ਨਜ਼ਰ ਪ੍ਰਾਪਤ ਹੋਈ ਜਿਸ ਨਾਲ ਹਰ ਨਿਹਾਲਿਆ, ਹਰੀ ਪਰਮੇਸ਼ਰ ਨੂੰ ਵੇਖਿਆ ਜਾਂਦਾ। ਫਿਰ ਉਹ ਨਜ਼ਰ ਪ੍ਰਾਪਤ ਹੋਈ, ਫਿਰ ਉਹ ਵੇਖਣਾ ਪ੍ਰਾਪਤ ਹੋਇਆ, ਫਿਰ ਉਹ ਸੋਚਣਾ ਪ੍ਰਾਪਤ ਹੋਇਆ, ਫਿਰ ਹਿਰਦੇ ਅੰਦਰ ਐਸੀ ਭਾਵਨਾ ਪ੍ਰਾਪਤ ਹੋਈ। ਕਿਉਂਕਿ ਅੱਖਾਂ ਉਹ ਕੁਝ ਵੇਖਦੀਆਂ ਵਾ ਜੋ ਕੁਝ ਅੰਦਰ ਹੈ। ਪਹਿਲਾਂ ਮਨ ਫੁਰਨਾ ਉਠਾਉਂਦਾ ਹੈ, ਫਿਰ ਅੱਖਾਂ ਵੇਖਦੀਆਂ, ਤੇ ਜਿਸ ਤਰ੍ਹਾਂ ਦਾ ਮਨ ਦਾ ਸੋਚਣਾ ਹੈ ਉਸ ਤਰ੍ਹਾਂ ਦਾ ਅੱਖਾਂ ਦਾ ਵੇਖਣਾ ਹੈ, ਉਸ ਤਰ੍ਹਾਂ ਦਾ ਕੰਨਾਂ ਦਾ ਸੁਣਨਾ ਹੈ, ਉਸ ਤਰ੍ਹਾਂ ਦਾ ਜੀਭ ਦਾ ਬੋਲਣਾ ਹੈ। ਜੇ ਮਨ ਮੈਲਾ ਹੈ ਤੇ ਅੱਖਾਂ ਵੀ ਮੈਲੀਆਂ ਹੀ ਵੇਖਦੀਆਂ। ਜੇ ਮਨ ਨਿਰਮਲ ਹੈ, ਮਨ ਪਵਿੱਤਰ ਹੈ, ਤਾਂ ਫਿਰ ਅੱਖਾਂ ਦਾ ਵੇਖਣਾ ਵੀ ਪਵਿੱਤਰ ਹੋ ਜਾਂਦਾ। ਮਨ ਦੇ ਵਿੱਚ ਮੈਲ ਹੈ ਤੇ ਅੱਖਾਂ ਮੈਲਾ ਹੀ ਵੇਖਦੀਆਂ ਹਨ। ਫਿਰ ਭੇਦ ਹੀ ਬਣਿਆ ਰਹਿੰਦਾ ਹੈ।
ਵਖਰੇਵੇਂ ਸਹਿਤ ਹੀ ਵੇਖਦੀਆਂ ਹਨ ਅੱਖਾਂ, ਜੇ ਮਨ ਦੇ ਵਿੱਚ ਐਸੀ। ਇਸੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ, ਮਨ ਮੈਲ ਹੈ ਸਭ ਕਿਛ ਹੈ ਮੈਲਾ, ਤਨ ਧੋਤਾ ਹੈ ਮਨ ਹੱਛਾ ਨਾ ਹੋਏ। ਮਨ ਵਿੱਚ ਮੈਲ ਹੈ ਤੇ ਅੱਖਾਂ ਮੈਲਾ ਹੀ ਵੇਖਣਗੀਆਂ। ਸੰਗਤ ਵਿੱਚ ਬੈਠ ਕਰਕੇ ਵੀ ਮੈਲੀਆਂ ਹੋ ਜਾਂਦੀਆਂ ਹਨ, ਦੂਸਰਾ ਬਗਾਨਾ ਰੂਪ ਤੱਕਦੀਆਂ ਹਨ, ਕਿਉਂਕਿ ਅੰਦਰ ਭਾਵਨਾ ਉਸ ਤਰ੍ਹਾਂ ਦੀ ਹੈ। ਸੋ ਇਸ ਤਰੀਕੇ ਦੇ ਨਾਲ ਉਸੇ ਫਿਰ ਉਹਨਾਂ ਅੱਖਾਂ ਨੂੰ ਮਹਾਰਾਜ ਨੇ ਐਸਾ ਉਪਦੇਸ਼ ਦਿੱਤਾ ਹੈ, ਮੈਲੀਆਂ ਅੱਖਾਂ ਨੂੰ ਪਰਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਇਹ ਉਪਦੇਸ਼ ਦਿੱਤਾ। ਉਹੀ ਫਿਰ ਅੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਖਿਆ ਨਾ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਇਸ ਸੰਸਾਰ ਦੇ ਰੰਗ ਤਮਾਸ਼ੇ ਵੇਖ ਕਰਕੇ ਅੱਖਾਂ ਰੱਜੀਆਂ ਨਹੀਂ। ਇਹਨਾਂ ਅੱਖਾਂ ਨੂੰ ਉਧਰੋਂ ਮੋੜਨ ਵਾਸਤੇ ਇਹ ਉਪਦੇਸ਼ ਦਿੱਤਾ। ਤਾਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰੂ ਜੀ ਦੇ ਪਾਸੋਂ ਉਹ ਨਜ਼ਰ ਮਿਲਦੀ ਹੈ, ਜਿਸ ਨਜ਼ਰ ਦੇ ਨਾਲ ਫਿਰ ਹਰੀ ਪਰਮੇਸ਼ਰ ਨੂੰ ਵੇਖਿਆ ਜਾਂਦਾ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ ਪੰਜ ਪਿਆਰੇ ਸਾਹਿਬਾਨ, ਤਾਂ 5 ਚੁਲੇ ਛਕਾਏ ਜਾਂਦੇ ਆ ਤੇ 5 ਚੁਲੇ ਨੇਤਰਾਂ ਵਿੱਚ ਵੀ ਪਾਏ ਜਾਂਦੇ, 5 ਚੁਲੇ ਸੀਸ ਵਿੱਚ ਵੀ ਪਾਏ ਜਾਂਦੇ। ਉਹਦਾ ਭਾਵ ਹੈ ਕੋਈ ਅੱਖਾਂ ਦੇ ਵਿੱਚ ਤਾਂ ਹੀ ਪਾਏ ਜਾਂਦੇ ਆ ਵੀ ਅੱਖਾਂ ਵਾਹਿਗੁਰੂ ਨੂੰ ਵੇਖਣ ਵਾਲੀਆਂ ਬਣ ਜਾਣ। ਇਹ ਚੰਮ ਦ੍ਰਿਸ਼ਟੀ ਤੋਂ ਉੱਪਰ ਉੱਠ ਕਰਕੇ ਬ੍ਰਹਮ ਦ੍ਰਿਸ਼ਟੀ ਤੱਕ ਪਹੁੰਚ ਜਾਣ। ਇਹ ਵਾਹਿਗੁਰੂ ਨੂੰ ਵੇਖਣ ਵਾਲੀ ਨਜ਼ਰ ਇਸ ਨੂੰ ਪ੍ਰਾਪਤ ਹੋ ਜਾਵੇ। ਤਾਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਇਹ ਨਜ਼ਰ ਪ੍ਰਾਪਤ ਹੋਈ, ਉਹਨਾਂ ਨੇ ਫਿਰ ਇਸ ਸੰਸਾਰ ਦੇ ਵਿੱਚ ਬ੍ਰਹਮ ਨੂੰ ਵੇਖਿਆ, ਵਾਹਿਗੁਰੂ ਨੂੰ ਵੇਖਿਆ, ਸਭ ਪਾਸੇ ਵੇਖਿਆ। ਭਾਈ ਕਨ੍ਹਈਆ ਜੀ ਨੂੰ ਇਹ ਦਾਤ ਪ੍ਰਾਪਤ ਹੋਈ। ਦੁਸ਼ਮਣਾਂ ਦੀ ਫੌਜ ਵਿੱਚੋਂ ਵੀ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ, ਗੁਰੂ ਸਾਹਿਬ ਨੂੰ ਤੱਕਿਆ। ਸ਼ਿਕਾਇਤ ਵੀ ਲੱਗ ਗਈ ਸੀ ਕਿ ਮਹਾਰਾਜ ਅਸੀਂ ਤਾਂ ਜੰਗ ਯੁੱਧ ਕਰਦੇ ਹਾਂ, ਦੁਸ਼ਮਣਾਂ ਨੂੰ ਫੱਟੜ ਕਰਦੇ ਹਾਂ, ਹਰਾਉਂਦੇ ਹਾਂ, ਤੇ ਭਾਈ ਕਨ੍ਹਈਆ ਫੇਰ ਪਾਣੀ ਪਿਆ ਪਿਆ ਕੇ ਦੁਸ਼ਮਣਾਂ ਨੂੰ ਖੜਾ ਕਰੀ ਜਾਂਦਾ ਸਾਡੇ ਸਾਹਮਣੇ। ਤਾਂ ਸੱਦ ਲਿਆ ਕਲਗੀਧਰ ਪਾਤਸ਼ਾਹ ਜੀ ਨੇ। ਤਾਂ ਭਾਈ ਕਨ੍ਹਈਆ ਜੀ ਨੇ ਆਖਿਆ, ਮਹਾਰਾਜ ਮੈਨੂੰ ਤਾਂ ਤੁਹਾਡੇ ਤੋਂ ਬਿਨਾਂ ਦਿਸਦਾ ਹੀ ਕੋਈ ਨਹੀਂ ਹੈ। ਕਿੱਡੀ ਵੱਡੀ ਦ੍ਰਿਸ਼ਟੀ ਜਿਹੜੀ ਉਹ ਭਾਈ ਕਨ੍ਹਈਆ ਜੀ ਨੂੰ ਪ੍ਰਾਪਤ ਹੋਈ। ਆਖਿਆ, ਮਹਾਰਾਜ ਮੈਨੂੰ ਤਾਂ ਕੋਈ ਮਿੱਤਰ ਤੇ ਕੋਈ ਦੁਸ਼ਮਣ ਦਿਸਦਾ ਹੀ ਨਹੀਂ ਹੈ। ਮੈਂ ਤਾਂ ਪਿਆਸੇ ਨੂੰ ਪਾਣੀ ਪਿਆਉਂਦਾ ਹਾਂ, ਮੇਰੀ ਆਪ ਜੀ ਨੇ ਸੇਵਾ ਪਾਣੀ ਪਿਆਉਣ ਦੀ ਲਾਈ ਹੋਈ ਹੈ, ਤੇ ਜਿਹੜਾ ਮਹਾਰਾਜ ਪਾਣੀ ਮੰਗਦਾ ਹੈ ਮੈਂ ਉਹਦੇ ਮੁਖ ਵਿੱਚ ਪਾਣੀ ਪਾਈ ਜਾਂਦਾ ਮਸ਼ਕ ਦੇ ਨਾਲ। ਮੈਨੂੰ ਨਹੀਂ ਕੋਈ ਦੂਜਾ ਦਿਸਦਾ। ਕਿੰਨੀ ਦੁਬਿਧਾ ਦੂਰ ਹੋਈ ਹੈ, ਕਿੰਨੀ ਦਵੈਤ ਦੂਰ ਹੋਈ ਹੈ। ਕੈਸੀ ਬ੍ਰਹਮ ਦ੍ਰਿਸ਼ਟੀ, ਬ੍ਰਹਮ ਗਿਆਨ ਭਾਈ ਕਨ੍ਹਈਆ ਜੀ ਨੂੰ ਪ੍ਰਾਪਤ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ। ਔਰ ਇਹ ਗੁਰੂ ਘਰ ਦੀ ਮਰਿਆਦਾ ਰਹੀ ਹੈ। ਜਿਸ ਵੇਲੇ ਜੰਗ ਯੁੱਧ ਵੀ ਕਰਦੇ ਰਹੇ ਆ ਗੁਰੂ ਕੇ ਖਾਲਸੇ, ਜਦੋਂ ਲੰਗਰ ਤਿਆਰ ਕੀਤਾ ਜਾਂਦਾ ਸੀ, ਨਗਾਰਾ ਵਜਾਇਆ ਜਾਂਦਾ ਸੀ, ਤੇ ਉਸ ਮੌਕੇ ਤੇ ਭਾਵੇਂ ਕੋਈ ਆਪਣੇ ਆ ਕੇ ਲੰਗਰ ਵਿੱਚ ਬੈਠ ਕੇ ਛਕ ਲੈਣ ਤੇ ਭਾਵੇਂ ਦੂਸਰੇ ਦੁਸ਼ਮਣ ਦੀ ਫੌਜ ਆ ਕੇ ਲੰਗਰ ਵਿੱਚ ਬੈਠ ਕੇ ਛਕ ਲੈਣ, ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਜਾਂਦਾ ਸੀ। ਕਿਸੇ ਨਾਲ ਕੋਈ ਵੈਰ, ਕੋਈ ਵਿਰੋਧ ਨਹੀਂ ਹੈ ਅੰਦਰੋਂ, ਪਰ ਜਿਹੜਾ ਜ਼ਬਰ ਕਰਦਾ, ਜ਼ੁਲਮ ਕਰਦਾ, ਚੜ੍ਹ ਕੇ ਆਉਂਦਾ ਹੈ, ਉਹਦਾ ਮੁਕਾਬਲਾ ਜ਼ਰੂਰ ਕੀਤਾ ਜਾਂਦਾ। ਤੇ ਐਸੇ ਗੁਰੂ ਕੇ ਲਾਲ ਭਾਈ ਕਨ੍ਹਈਆ ਜੀ ਉਹ ਸਾਰਿਆਂ ਨੂੰ ਪਾਣੀ ਪਿਆਈ ਜਾਂਦੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਛਾਤੀ ਨਾਲ ਲਾਇਆ ਭਾਈ ਕਨ੍ਹਈਆ ਜੀ ਨੂੰ, ਆਪਣੇ ਪਾਸੋਂ ਮਲਮ ਵੀ ਦਿੱਤੀ ਤੇ ਪੱਟੀ ਵੀ ਦਿੱਤੀ। ਆਖਿਆ, ਭਾਈ ਕਨ੍ਹਈਆ ਜਿੱਥੇ ਤੂੰ ਪਾਣੀ ਪਿਆਉਣਾ ਹੈ ਉੱਥੇ ਜ਼ਖਮੀ ਹੋਇਆ ਦੇ ਜ਼ਖਮਾਂ ਦੇ ਉੱਤੇ ਆ ਮਲਮ ਲਾ ਕਰਕੇ ਪੱਟੀ ਵੀ ਕਰ ਦਿਆ ਕਰ। ਤੇ ਭਾਈ ਕਨ੍ਹਈਆ ਜੀ ਤੋਂ ਫਿਰ ਸੇਵਾ ਪੰਥੀ ਸੰਪਰਦਾ ਚੱਲੀ ਹੈ, ਸੇਵਾ ਪੰਥੀ ਮਹਾਂਪੁਰਖ। ਤਾਂ ਇਹ ਸਤਿਗੁਰੂ ਜੀ ਦੇ ਪਾਸੋਂ ਜਿਨ੍ਹਾਂ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ, ਉਹਨਾਂ ਨੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਨੂੰ ਵੇਖਿਆ। ਉਹਨਾਂ ਦੀ ਨਜ਼ਰ ਦੇ ਵਿੱਚ ਫਿਰ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ। ਅਸੀਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਵਿੱਚੋਂ ਕਿ ਵਾਹਿਗੁਰੂ ਪਰਮੇਸ਼ਰ ਸਰਬ ਵਿਆਪਕ ਹੈ, ਜਰੇ ਜਰੇ ਵਿੱਚ ਉਹਦੀ ਜੋਤ ਵਿਆਪਕ ਹੈ। ਪਰ ਇਹ
ਭਾਗਾਂ ਵਾਲਿਆਂ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ, ਹਰ ਇੱਕ ਥਾਂ ਤੇ ਵਾਹਿਗੁਰੂ ਨੂੰ ਵੇਖਣ ਵਾਲੀ। ਅਸੀਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਵਿੱਚੋਂ ਕਿ ਵਾਹਿਗੁਰੂ ਕਿੱਥੇ ਰਹਿੰਦਾ ਹੈ, ਤਾਂ ਮਹਾਰਾਜ ਕਹਿੰਦੇ ਸਾਰਿਆਂ ਥਾਵਾਂ ਤੇ ਵਿਆਪਕ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ। ਜਲ ਵਿੱਚ ਵੀ ਉਹਦਾ ਵਾਸਾ, ਥਲ ਵਿੱਚ ਵੀ ਉਹਦਾ ਵਾਸਾ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ ਉਹ ਵਸਿਆ ਹੋਇਆ। ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਬ੍ਰਿਸ਼ਸ ਤੂੰ ਹੀ, ਪਤਸ ਤੂੰ ਹੀ। ਸਾਰੇ ਪਾਸੇ ਮਹਾਰਾਜ ਕਹਿੰਦੇ ਬ੍ਰਿਸ਼ਾਂ ਵਿੱਚ ਵੀ ਉਹਦੀ ਜੋਤ ਹੈ, ਪੱਤਿਆਂ ਵਿੱਚ ਵੀ ਉਹਦੀ ਜੋਤ ਹੈ, ਜਲ ਵਿੱਚ ਵੀ, ਥਲ ਵਿੱਚ ਵੀ, ਹਰ ਇੱਕ ਥਾਂ ਤੇ। ਜਿਮੀ ਜਮਾਨ ਕੇ ਦਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਸਾਰੇ ਪਾਸੇ ਵਾਹਿਗੁਰੂ ਦੀ ਜੋਤ ਇੱਕ ਰਸ ਵਿਆਪਕ ਹੈ। ਤਾਂ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਇਹ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਦਰ ਕੀਤੀ, ਫਿਰ ਉਸ ਨਦਰ ਦੇ ਨਾਲ ਵਾਹਿਗੁਰੂ ਜੀ ਨੂੰ ਨਿਹਾਲਿਆ, ਵੇਖਿਆ। ਇਹੋ ਵਿਸ ਸੰਸਾਰ ਤੁਮ ਦੇਖਦੇ। ਇੱਥੇ ਵਿਸ ਨਾਮ ਹੈ ਸਾਰੇ ਵਿਸ਼ਵ ਦਾ। ਇਹ ਜਿੰਨਾ ਸਾਰਾ ਸੰਸਾਰ, ਸਾਰਾ ਵਿਸ਼ਵ, ਇਹ ਨੇਤਰੋ ਤੁਸੀਂ ਵੇਖ ਰਹੇ ਹੋ। ਸਾਰੇ ਸੰਸਾਰ ਨੂੰ ਤੁਸੀਂ ਵੇਖ ਰਹੇ ਹੋ, ਜਿੰਨਾ ਵੀ ਇਹ ਸਮਗਰ ਸਾਰਾ ਸੰਸਾਰ ਹੈ। ਇਹੋ ਹਰਿ ਕਾ ਰੂਪ ਹੈ। ਇਹ ਸਾਰੇ ਦਾ ਸਾਰਾ ਹਰੀ ਦਾ ਹੀ ਰੂਪ ਹੈ, ਵਾਹਿਗੁਰੂ ਦਾ ਰੂਪ ਹੈ। ਇਹ ਬ੍ਰਹਮ ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਸਾਹਿਬ ਨੇ ਕਥਨ ਕੀਤਾ। ਇਹ ਜਿੰਨਾ ਵੀ ਇਹ ਆਕਾਰ ਦਿਸ ਰਿਹਾ ਹੈ, ਮਹਾਰਾਜ ਕਹਿੰਦੇ ਨੇਤਰੋ ਇਹ ਹਰੀ ਦਾ ਰੂਪ ਹੈ ਸਾਰਾ। ਇਸੇ ਨੂੰ ਭੱਟ ਸਾਹਿਬਾਨਾਂ ਨੇ ਇਸ ਤਰ੍ਹਾਂ ਕਥਨ ਕੀਤਾ ਹੈ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਵੱਡਾ ਤਮਾਸ਼ਾ ਹੈ, ਸਮਝ ਵਿੱਚ ਆਉਣਾ ਕਠਨ ਹੈ। ਤਾਂ ਹੀ ਸਮਝ ਵਿੱਚ ਆਉਂਦਾ ਜੇ ਸਤਿਗੁਰੂ ਜੀ ਸਮਝਾ ਦੇਣ, ਸਤਿਗੁਰੂ ਜੀ ਬੁਝਾ ਦੇਣ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਜਿਸ ਨੂੰ ਜਣਾ ਦੇਣ ਉਹੀ ਜਨ ਜਾਣਦਾ। ਫਿਰ ਉਹ ਵਾਹਿਗੁਰੂ ਦੇ ਗੁਣਾਂ ਨੂੰ ਵਿਖਿਆਣਦਾ ਹੈ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਇਹ ਅਸਚਰਜ ਖੇਡ ਹੈ, ਇਹ ਤਮਾਸ਼ਾ ਹੈ। ਸੰਸਾਰ ਦੇ ਵਿੱਚ ਤਾਂ ਵੰਡੀਆਂ ਪਈਆਂ ਹੋਈਆਂ ਹਨ, ਵੰਡੀਆਂ। ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਬੰਬਬਾਰੀ ਕਰ ਰਿਹਾ ਹੈ, ਮਿਜ਼ਾਈਲਾਂ ਸੁੱਟ ਰਿਹਾ ਹੈ। ਆ ਰੂਸ ਦੀ ਤੇ ਯੂਕਰੇਨ ਦੀ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ। ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਲੜ ਰਿਹਾ ਹੈ। ਹੱਥ ਬਣੇ ਹੋਏ ਹਨ, ਸੀਮਾ ਬਣੀਆਂ ਹੋਈਆਂ ਹਨ। ਇੱਥੋਂ ਤੀਕ ਮੇਰਾ ਦੇਸ਼, ਇੱਥੋਂ ਤੀਕ ਤੇਰਾ ਦੇਸ਼। ਇਹ ਵੰਡੀਆਂ ਬਣੀਆਂ ਹੋਈਆਂ ਹਨ। ਔਰ ਅੱਗੇ ਸੂਬਿਆਂ ਦੀਆਂ ਵੰਡੀਆਂ ਹਨ, ਉਹ ਤੋਂ ਅੱਗੇ ਜ਼ਿਲ੍ਹਿਆਂ ਦੀਆਂ ਵੰਡੀਆਂ ਹਨ, ਅੱਗੇ ਤਹਿਸੀਲਾਂ ਹਨ, ਅੱਗੇ ਪਿੰਡ। ਇੱਥੋਂ ਤੀਕ ਮੇਰੇ ਪਿੰਡ ਦੀ ਹੱਦ ਹੈ, ਇੱਥੋਂ ਤੀਕ ਤੇਰੇ ਪਿੰਡ ਦੀ ਹੱਦ ਹੈ। ਉਦੋਂ ਅੱਗੇ ਘਰ ਆ ਜਾਂਦੇ ਹਨ, ਘਰਾਂ ਦੇ ਵਿੱਚ ਫੇਰ ਵੰਡੀਆਂ ਹਨ। ਇੱਥੋਂ ਤੀਕ ਮੇਰੀ ਕੰਧ ਹੈ, ਇੱਥੋਂ ਅੱਗੇ ਤੂੰ ਨਹੀਂ ਆ ਸਕਦਾ। ਉਦੋਂ ਅੱਗੇ ਫੇਰ ਪਰਿਵਾਰਾਂ ਦੇ ਵਿੱਚ ਵੰਡੀਆਂ ਹਨ। ਉਦੋਂ ਅੱਗੇ ਫੇਰ ਸਾਡੇ ਸਰੀਰ ਦੇ ਵਿੱਚ ਹੀ, ਹਿਰਦੇ ਵਿੱਚ ਹੀ ਦੁਬਦਾ ਹੈ, ਵਖਰੇਵੇਂ ਨਾਲ ਵੇਖਿਆ ਜਾ ਰਿਹਾ ਹੈ। ਸਤਿਗੁਰੂ ਕਹਿ ਰਹੇ ਸਾਰਾ ਸੰਸਾਰ ਜਿਹੜਾ ਹੈ ਵਾਹਿਗੁਰੂ ਦਾ ਰੂਪ ਹੈ, ਹਰੀ ਦਾ ਰੂਪ ਹੈ। ਪਰ ਇਹ ਦ੍ਰਿਸ਼ਟੀ ਕਿਸ ਨੂੰ ਪ੍ਰਾਪਤ ਹੋਵੇ? ਇਸੇ ਨੂੰ ਆਖਿਆ ਮਹਾਰਾਜ ਨੇ ਜਗ ਮਹਿ ਉਤਮ ਕਾਢਿਆ ਹੈ, ਵਿਰਲੇ ਕੇਈ ਕੇ। ਕੋਈ ਕੋਈ ਵਿਰਲੇ ਹਨ ਜਿਨ੍ਹਾਂ ਨੂੰ ਇਹ ਦ੍ਰਿਸ਼ਟੀ ਪ੍ਰਾਪਤ ਹੋਈ। ਇਹ ਤਾਂ ਭਗਤ ਕਬੀਰ ਸਾਹਿਬ ਹੀ ਹਨ, ਉਹਨਾਂ ਕੋਈ ਵਿਰਲਿਆਂ ਦੇ ਵਿੱਚੋਂ ਜਿਹੜੇ ਕਹਿ ਦਿੰਦੇ ਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਦ੍ਰਿਸ਼ਟੀ ਜੋ ਸਾਰੇ ਪਾਸੇ, ਤੇ ਇਸੇ ਨੂੰ ਆਖਿਆ ਵੀ ਇੱਕ ਤਮਾਸ਼ਾ ਹੈ। ਪਰ ਇਹ ਤਮਾਸ਼ਾ ਸਮਝਣਾ ਬੜਾ ਔਖਾ ਹੈ ਆਪਣੇ ਆਪ। ਸਾਡੇ ਅੰਦਰ ਤਾਂ ਦੁਬਦਾ ਤੇ ਵਖਰੇਵਾਂ ਤੇ ਵੰਡੀਆਂ ਬਣੀਆਂ ਹੋਈਆਂ ਹਨ। ਭੱਟ ਸਾਹਿਬਾਨ ਜੀ ਨੇ ਆਖਿਆ ਇਹ ਵਾਹਿਗੁਰੂ ਦਾ ਤਮਾਸ਼ਾ ਹੈ ਤੇ ਉਹਦੀ ਸਾਰੀ ਰਚਨਾ ਹੈ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਅਸੀਂ ਕਹਿੰਦੇ ਆ ਚੰਦਰਮਾ ਆ ਸੂਰਜ ਹੈ, ਭੱਟ ਸਾਹਿਬਾਨ ਕਹਿੰਦੇ ਉਹ ਆਪ ਹੀ ਚੰਦਰਮਾ ਬਣਿਆ ਹੋਇਆ, ਆਪ ਹੀ ਸੂਰਜ ਬਣਿਆ ਹੋਇਆ। ਸੂਰਜ ਕੋਈ ਉਹਦੇ ਨਾਲੋਂ ਵੱਖਰਾ ਨਹੀਂ, ਉਹਨੇ ਆਪ ਹੀ ਸੂਰਜ ਦਾ ਰੂਪ ਧਾਰਿਆ ਹੋਇਆ ਤੇ ਆਪ ਹੀ ਚੰਦ ਦਾ ਰੂਪ ਧਾਰਿਆ ਹੋਇਆ। ਪ੍ਰਕਾਸ਼ ਵੀ ਆਪ ਹੀ ਕਰ ਰਿਹਾ ਹੈ।
ਆਪੇ ਚੰਦ ਸੂਰ ਪ੍ਰਗਾਸਾ, ਆਪੇ ਚੰਦਰਮਾ ਹੋ ਕੇ, ਆਪ ਹੀ ਸੂਰਜ ਹੋ ਕੇ ਤੇ ਆਪ ਹੀ ਚਾਨਣਾ ਹੋ ਰਿਹਾ ਹੈ। ਆਪੇ ਜਲ, ਆਪੇ ਥਲ ਥੰਮਨ। ਭੱਟ ਸਾਹਿਬਾਨ ਕਹਿੰਦੇ ਆਪ ਹੀ ਜਲ ਹੈ, ਆਪ ਹੀ ਖੁਸ਼ਕ ਥਾਂ ਬਰੇਤਾ ਰੂਪ ਹੈ, ਤੇ ਆਪ ਹੀ ਜਲ ਤੇ ਥਲ ਨੂੰ ਟਿਕਾਉਣ ਵਾਲਾ, ਥੰਮਣ ਵਾਲਾ ਵੀ ਆਪ ਹੈ। ਕਿਉਂਕਿ ਪਾਣੀ ਵੀ ਕਿਸੇ ਆਸਰੇ ਤੇ ਖਲੋਤਾ ਹੈ, ਥੱਲੇ ਉਹਨੂੰ ਵੀ ਕਿਸੇ ਨੇ ਥੰਮਿਆ ਹੋਇਆ ਹੈ। ਜੇ ਨਦੀਆਂ ਵਗ ਰਹੀਆਂ, ਦਰਿਆ ਵਗ ਰਹੇ ਆ, ਸਮੁੰਦਰ ਵਗ ਰਹੇ ਆ, ਤੇ ਉਹ ਪਾਣੀ ਵੀ ਕਿਸੇ ਹੱਦ ਮੰਨੇ ਦੇ ਵਿੱਚ ਖਲੋਤਾ ਹੋਇਆ ਹੈ, ਥੱਲੇ ਉਹਨੂੰ ਵੀ ਕਿਸੇ ਨੇ ਆਸਰਾ ਦਿੱਤਾ ਹੋਇਆ। ਪਾਣੀ ਦੇ ਥੱਲੇ ਜਿਹੜੀ ਮਿੱਟੀ ਹੈ, ਉਸ ਮਿੱਟੀ ਨੂੰ ਵੀ ਕਿਸੇ ਨੇ ਆਸਰਾ ਦਿੱਤਾ ਹੋਇਆ। ਤੇ ਭੱਟ ਸਾਹਿਬਾਨ ਕਹਿੰਦੇ ਅਸਲ ਵਿੱਚ ਉਹ ਪਾਣੀ ਵੀ ਆਪ ਹੈ, ਮਿੱਟੀ ਵੀ ਆਪ ਹੈ, ਤੇ ਪਾਣੀ ਤੇ ਮਿੱਟੀ ਨੂੰ ਖਿਲਾਰਨ ਵਾਲਾ ਜਿੱਥੇ ਟਿਕਾਇਆ ਹੋਇਆ ਵੀ ਇਹ ਥੱਲੇ ਕਿਸੇ ਪਾਸੇ ਨਿਗਰਦੀ ਨਹੀਂ, ਇਹਨੂੰ ਥੰਮਣ ਵਾਲਾ ਵੀ ਆਪ ਹੈ। ਜਿਵੇਂ ਛੱਤ ਨੂੰ ਥੱਲੇ ਬੁਰਜੀਆਂ ਨੇ ਥੰਮਿਆ ਹੋਇਆ ਹੈ। ਆਪੇ ਜਲ, ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ। ਅੱਗੇ ਜਾ ਕੇ ਕਹਿ ਦਿੱਤਾ ਆਪੇ ਨਰ, ਆਪੇ ਫੁਣ ਨਾਰੀ। ਆਪ ਹੀ ਉਹ ਮਰਦ ਰੂਪ ਹੈ ਤੇ ਆਪ ਹੀ ਉਹ ਇਸਤਰੀ ਰੂਪ ਹੈ। ਉਹਨੇ ਆਪਣੇ ਵਿੱਚੋਂ ਹੀ ਸਾਰੇ ਮਰਦ ਇਸਤਰੀਆਂ ਨੂੰ ਪੈਦਾ ਕੀਤਾ। ਕਦੀ ਕੁਝ ਵੀ ਸ੍ਰਿਸ਼ਟੀ ਤੇ ਨਹੀਂ ਸੀ ਉਹਨੇ ਪੈਦਾ ਕੀਤਾ ਆਪਣੇ ਹੁਕਮ ਦੇ ਵਿੱਚ। ਫਿਰ ਉਹਦੀ ਮੌਜ ਹੋਈ, ਉਹਨੇ ਕਿਹਾ ਵੀ ਇਸ ਤਰ੍ਹਾਂ ਦੀ ਸ੍ਰਿਸ਼ਟੀ ਰਚੀਏ, ਤੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੇ ਉਪਾਈ। ਫਿਰ ਰੰਗਾਂ ਰੰਗਾਂ ਦੇ ਇਹ ਮਰਦ ਤੇ ਇਸਤਰੀਆਂ ਪੈਦਾ ਕਰ ਦਿੱਤੇ, ਪਸ਼ੂ ਤੇ ਪੰਛੀ ਪੈਦਾ ਕਰ ਦਿੱਤੇ। ਪੰਜਾਂ ਤੱਤਾਂ ਦੇ ਨਾਲ ਇਹ 84 ਲੱਖ ਜੂਨਾਂ ਦੀ, ਇਹ ਕਰੋੜਾਂ ਅਰਬਾਂ ਖਰਬਾਂ ਤਰ੍ਹਾਂ ਦੀ ਉਹਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ। ਪਰ ਕੀਤੀ ਆਪਣੇ ਫੁਰਨੇ ਤੋਂ, ਆਪਣੇ ਵਿੱਚੋਂ ਪੈਦਾ ਕੀਤੀ। ਭੱਟ ਸਾਹਿਬਾਨ ਕਹਿੰਦੇ ਉਹ ਆਪ ਹੀ ਇਹ ਅਨੇਕਾਂ ਰੂਪ ਹੋ ਗਿਆ, ਆਪ ਹੀ ਨਰ ਤੇ ਆਪ ਹੀ ਨਾਰੀ ਰੂਪ ਹੋ ਗਿਆ। ਆਪੇ ਨਰ, ਆਪੇ ਫੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਉਹਨੇ ਆਪ ਹੀ ਸਾਰਾ ਕੁਝ ਕੀਤਾ ਹੋਇਆ। ਆਪੇ ਸ੍ਰਿਸ਼ਟੀ ਉਪਾਏ ਦਾ ਪਿਆਰਾ ਕਰ, ਸੂਰਜ ਚੰਦ ਚਾਨਾਨ। ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਜਿੰਨਾ ਵੀ ਇਹ ਵਿਸ਼ਵ ਹੈ, ਜਿੰਨਾ ਵੀ ਸਾਰਾ ਸੰਸਾਰ ਹੈ, ਸਮੁੱਚੇ ਦਾ ਸਾਰੇ ਦਾ ਸਾਰਾ ਇਹ ਤੁਸੀਂ ਵੇਖ ਰਹੇ ਹੋ ਮੇਰੇ ਨੇਤਰੋ, ਇਹ ਵਾਹਿਗੁਰੂ ਦਾ ਰੂਪ ਹੈ, ਇਹ ਹਰੀ ਦਾ ਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਇਹ ਹਰੀ ਦਾ ਰੂਪ ਹੈ। ਹਰ ਰੂਪ ਨਦਰੀ ਆਇਆ। ਪਰ ਜਿਸ ਵੇਲੇ ਸਤਿਗੁਰੂ ਜੀ ਦੇ ਪਾਸੋਂ ਦ੍ਰਿਸ਼ਟੀ ਮਿਲੀ ਤੇ ਇਹ ਹਰੀ ਰੂਪ ਤਾਂ ਨਜ਼ਰੀ ਆਇਆ। ਉਂਝ ਹੈ ਤਾਂ ਹਰੀ ਦਾ ਰੂਪ, ਪਰ ਨਜ਼ਰੀ ਨਹੀਂ ਆਉਂਦਾ। ਜਿੰਨਾ ਚਿਰ ਉਹ ਨਜ਼ਰ ਨਹੀਂ ਮਿਲਦੀ ਹੈ ਗੁਰੂ ਸਾਹਿਬ ਦੇ ਪਾਸੋਂ ਇਹ ਹਰੀ ਰੂਪ ਵੇਖਣ ਵਾਲੀ ਸੰਸਾਰ ਨੂੰ, ਉਹਨਾਂ ਚਿਰ ਤੇ ਮੇਰ ਤੇਰ ਦੀ ਨਜ਼ਰ ਬਣੀ ਰਹਿੰਦੀ ਹੈ। ਉਹਨਾਂ ਚਿਰ ਤੇ ਵਖਰੇਵੇਂ ਵਾਲੀ ਆਪਣਾ ਤੇ ਬਗਾਨਾਪਣ ਬਣਿਆ ਰਹਿੰਦਾ ਹੈ। ਇਹ ਮਿੱਤਰ ਹੈ ਤੇ ਦੁਸ਼ਮਣ ਹੈ, ਇਹ ਮੇਰਾ ਹੈ ਤੇ ਬਗਾਨਾ ਹੈ, ਇਹ ਆਪਣਾ ਹੈ, ਇਹ ਵਿਰੋਧੀ ਹੈ। ਉਹਨਾਂ ਚਿਰ ਇਹ ਦਵੰਦਵਾਦ ਬਣਿਆ ਰਹਿੰਦਾ ਹੈ। ਤੇ ਜਿਸ ਵੇਲੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ, ਫਿਰ ਇਹ ਹਰੀ ਰੂਪ ਹੀ ਨਜ਼ਰੀ ਆਉਂਦਾ ਹੈ ਕਿ ਇਹ ਸਾਰਾ ਵਾਹਿਗੁਰੂ ਦਾ ਰੂਪ ਹੈ। ਗੁਰ ਪ੍ਰਸਾਦੀ ਬੁਝਿਆ, ਕਿਆ ਵੇਖਾ ਹਰ ਇੱਕ ਹੈ। ਸਤਿਗੁਰੂ ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਾਡੇ ਤੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰ ਪ੍ਰਸਾਦੀ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੁੱਝਿਆ। ਫਿਰ ਅਸੀਂ ਬੁੱਝਿਆ, ਇਸ ਗੱਲ ਸਮਝਿਆ ਕਿ ਇਹ ਜਿੰਨਾ ਸਾਰਾ ਸੰਸਾਰ ਹੈ ਨਾ, ਇਹ ਸਾਰਾ ਹਰੀ ਦਾ ਰੂਪ ਹੈ। ਪੈਦਾ ਵੀ ਉਹਨੇ ਕੀਤਾ ਹੈ ਤੇ ਰੂਪ ਵੀ ਉਹਦਾ ਹੈ, ਤੇ ਸਾਰੇ ਦੇ ਵਿੱਚ ਵਸਿਆ ਵੀ ਉਹ ਆਪ ਹੀ ਹੋਇਆ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਸਭ ਵਿੱਚ ਵਸਿਆ ਹੋਇਆ। ਇਸੇ ਨੂੰ ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਭਗਤ ਜੀ ਕਹਿੰਦੇ ਜਿਵੇਂ ਮੋਤੀ ਜਿਹੜੇ ਆ ਉਹ ਭਾਵੇਂ ਸੈਂਕੜੇ ਹੋਣ ਤੇ ਭਾਵੇਂ ਹਜ਼ਾਰ ਹੋਣ, ਤੇ ਉਹਨਾਂ ਦੇ ਵਿੱਚ ਸੂਤ ਇੱਕ ਪਾਇਆ ਹੁੰਦਾ, ਇੱਕੋ ਸੂਤ। ਇਸੇ ਤਰ੍ਹਾਂ ਸਰੀਰ ਜਿੰਨੇ ਵੀ ਆ, ਇਹਨਾਂ ਸਾਰਿਆਂ ਦੇ ਵਿੱਚ ਸੂਤ ਇੱਕ ਹੀ ਆ, ਵਾਹਿਗੁਰੂ ਪਰਮੇਸ਼ਰ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਇਹ ਜੀਵ ਉਹਦੇ ਵਿੱਚ ਆ ਤੇ ਉਹ ਜੀਵਾਂ ਦੇ ਵਿੱਚ ਹੈ।
ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਉਹ ਸ੍ਰਿਸ਼ਟੀ ਨੂੰ ਸਿਰਜਣਹਾਰ ਇਸ ਸ੍ਰਿਸ਼ਟੀ ਦੇ ਵਿੱਚ ਬੈਠਾ ਹੋਇਆ ਹੈ ਤੇ ਸ੍ਰਿਸ਼ਟੀ ਉਹਦੇ ਅੰਤਰਗਤ ਹੈ। ਉਹ ਖਾਲਕ ਖਲਕਤ ਵਿੱਚ ਹੈ ਤੇ ਖਲਕਤ ਖਾਲਕ ਦੇ ਵਿੱਚ ਹੈ। ਇਹ ਉਹਦੇ ਤੋਂ ਬਿਨਾਂ ਕੁਝ ਵੀ ਨਹੀਂ ਹੈ, ਆਪਣੇ ਆਪ ਕੁਝ ਵੀ ਨਹੀਂ ਹੈ ਖਲਕਤ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਇਹ ਕੋਈ ਉੱਚੀ ਦ੍ਰਿਸ਼ਟੀ ਹੈ ਸਾਧ ਸੰਗਤ ਜੀ, ਜਿੱਥੇ ਜਾ ਕੇ ਇਹ ਭਾਵ ਪੈਦਾ ਹੁੰਦਾ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਵੀ ਮੰਦਾ ਵਾਹਿਗੁਰੂ ਕਿਸ ਨੂੰ ਆਖੀਏ, ਤੇਰੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਸ ਅਵਸਥਾ ਵਿੱਚ ਜਾ ਕਰਕੇ ਫਿਰ ਆਖਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਉਦੋਂ ਪਹਿਲਾਂ ਤੇ ਸਭ ਕੁਝ ਬੁਰੇ ਹੀ ਦਿਸਦੇ ਆ, ਉਹਦੇ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਹੀ ਚੰਗਾ ਜਾਣਦਾ, ਬਾਕੀ ਸਭ ਨੂੰ ਬੁਰਾ ਹੀ ਵੇਖਦਾ ਤੇ ਬੁਰਾ ਹੀ ਕਹਿੰਦਾ। ਪਰ ਜਦੋਂ ਕੋਈ ਇੱਥੇ ਪਹੁੰਚਦਾ ਹੈ ਗੁਰੂ ਕੀ ਕਿਰਪਾ ਦੇ ਨਾਲ, ਜਦੋਂ ਇਹ ਸਮਝ ਆਉਂਦੀ ਹੈ ਤੇ ਫਿਰ ਕਹਿੰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤਾਂ ਮਹਾਰਾਜ ਸਾਹਿਬ ਕਹਿੰਦੇ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ। ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਹੋਈ ਸਾਡੇ ਤੇ, ਫਿਰ ਅਸੀਂ ਬੁੱਝਿਆ ਸਮਝਿਆ ਇਸ ਗੱਲ ਨੂੰ। ਜਾ ਵੇਖਾ ਹਰ ਇੱਕ ਹੈ, ਫਿਰ ਜਦੋਂ ਵੇਖਿਆ ਨਾ ਤੇ ਫਿਰ ਹਰੀ ਇੱਕ ਨੂੰ ਹੀ ਵੇਖਿਆ। ਫਿਰ ਸਮਝ ਦਿੱਤੀ ਗੁਰੂ ਅੰਗਦ ਸਾਹਿਬ ਜੀ ਨੇ, ਤੇ ਫਿਰ ਸਭ ਪਾਸੇ ਜਦੋਂ ਵੇਖਿਆ ਤੇ ਇੱਕ ਤੋਂ ਬਿਨਾਂ ਦੂਜਾ ਦਿਸਿਆ ਹੀ ਨਹੀਂ, ਵੀ ਸਭ ਪਾਸੇ ਇੱਕੋ ਹੀ ਵਾਹਿਗੁਰੂ ਹੈ, ਇੱਕ ਹੀ ਵਾਹਿਗੁਰੂ ਪਰਮੇਸ਼ਰ ਹੈ। ਜਿਵੇਂ ਸੋਨਾ ਇੱਕ ਹੁੰਦਾ ਹੈ, ਉਹਦੇ ਗਹਿਣੇ ਅਨੇਕ ਰੂਪ ਦੇ ਹੁੰਦੇ ਆ। ਜਿਵੇਂ ਪਾਣੀ ਇੱਕ ਹੁੰਦਾ ਹੈ, ਲਹਿਰਾਂ ਤੇ ਬੁਲਬੁਲੇ ਤੇ ਝੱਗ ਉਹਦੇ ਪਾਣੀ ਵਿੱਚੋਂ ਹੀ ਬਣਦੀ, ਇਸੇ ਤਰ੍ਹਾਂ ਇੱਕ ਵਾਹਿਗੁਰੂ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਤੇ ਉਹਦਾ ਰੂਪ ਹੈ। ਇਹ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਤਾਂ ਇਸ ਗੱਲ ਨੂੰ ਬੁੱਝਿਆ, ਤਾਂ ਇਹ ਸਮਝਿਆ, ਤਾਂ ਇਹ ਸਮਝ ਆਈ। ਅਥਵਾ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ। ਜਿਨ੍ਹਾਂ ਜੀਵਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ, ਉਹਨਾਂ ਨੇ ਵੀ ਭਾਈ ਫੇਰ ਹੀ ਬੁੱਝਿਆ ਇਸ ਗੱਲ ਨੂੰ, ਫੇਰ ਹੀ ਸਮਝਿਆ ਹੈ। ਜਦੋਂ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਤੋਂ ਇਹ ਬੂਝ ਲੈ ਕੇ, ਸਮਝ ਲੈ ਕੇ ਸੰਸਾਰ ਨੂੰ ਤੱਕਿਆ, ਤੇ ਫਿਰ ਉਹਨਾਂ ਵੇਖਿਆ ਤੇ ਆਖਿਆ ਵੀ ਇੱਕੋ ਹੀ ਵਾਹਿਗੁਰੂ ਸਾਰੇ ਪਾਸੇ ਵਿਆਪਕ ਹੈ। ਇਹ ਭਗਤਾਂ ਨੂੰ, ਸੰਤਾਂ ਨੂੰ, ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਦੇ ਪਾਸੋਂ ਸਮਝ ਪ੍ਰਾਪਤ ਹੋਈ ਵੀ ਉਹ ਅਨੇਕ ਪ੍ਰਕਾਰ ਦੇ ਨਾਲ ਹੋ ਕਰਕੇ ਇੱਕੋ ਹੀ ਪਰਮੇਸ਼ਰ ਸਾਰੇ ਵਿਆਪਕ ਹੋ ਰਿਹਾ ਸਾਰੀ ਸ੍ਰਿਸ਼ਟੀ ਦੇ ਵਿੱਚ। ਤਾਂ ਹੀ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਆਖਿਆ ਕਿ ਭਾਈ ਇੱਕ ਨਾਲ ਹੀ ਜੁੜੋ, ਇੱਕ ਨੂੰ ਜਪੋ। ਇਸ ਅਨੇਕਤਾ ਦੇ ਵਿੱਚ ਉਹ ਇੱਕੋ ਹੀ ਸਮਾਇਆ ਹੋਇਆ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਪ੍ਰਭੂ ਵਿਆਪਕ ਹੋ ਕਰਕੇ ਇੱਕੋ ਹੀ ਸਾਰੇ ਪਾਸੇ ਪਰਿਪੂਰਨ ਹੋ ਰਿਹਾ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣ। ਸੰਤ ਸਿਮਰਦੇ ਆ ਪਰ ਨਾਲ ਉਹ ਜਾਣਦੇ ਆ ਵੀ ਸਾਰਿਆਂ ਥਾਵਾਂ ਤੇ ਵਿਆਪਕ ਹੋ ਰਿਹਾ, ਸਰਬਤਰ ਰਮਣ। ਨਾਨਕ ਅਗਨਾਸਨ ਜਗਦੀਸ਼ਰ ਹੈ। ਵੇਖਣ ਸੁਣਨ ਸੁਨਾਵਨੋ, ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪਿਓ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਸਾਰਾ ਕੁਝ ਇਹਨੇ ਪੈਦਾ ਕੀਤਾ, ਖੰਡ ਬ੍ਰਹਮੰਡ ਪਤਾਲ ਪੈਦਾ ਕੀਤੇ, ਦੀਪ ਪੈਦਾ ਕੀਤੇ, ਪਰ ਸਾਰਿਆਂ ਦੇ ਵਿੱਚ ਆਪ ਵਿਆਪਕ ਹੈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਪਰ ਅੱਗੇ ਜਾ ਕੇ ਕਹਿ ਦਿੱਤਾ, ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਜਿਸ ਨੂੰ ਬੁਝਾਉਂਦਾ ਹੈ, ਜਿਸ ਨੂੰ ਸਮਝਾਉਂਦਾ, ਉਹਨੂੰ ਸਮਝ ਪੈਂਦੀ ਹੈ। ਸਮਝ ਪੈਂਦੀ ਗੁਰੂ ਕੀ ਸ਼ਰਨ ਪਿਆ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਨ੍ਹਾਂ ਜੀਵਾਂ ਤੇ, ਉਹਨਾਂ ਨੇ ਬੁੱਝਿਆ ਤੇ ਜਦੋਂ ਸਮਝ ਪਾਈ, ਜਦੋਂ ਵੇਖਿਆ ਤੇ ਸਭ ਪਾਸੇ ਹਰੀ ਇੱਕੋ ਹੀ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਣਕ ਵਿਸਥਾਰ ਏਕ ਤੇ ਭਏਕ, ਅਰਾਧ ਪ੍ਰਾਸ਼ਟ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਗੁਰ ਪ੍ਰਸਾਦ
ਨਾਨਕ ਇੱਕ ਜਾਤਾ। ਗੁਰੂ ਕੀ ਕਿਰਪਾ ਨਾਲ ਇੱਕ ਦੀ ਸਮਝ ਪਈ, ਇੱਕ ਨੂੰ ਵੇਖਿਆ। ਹਰ ਬਿਨ ਅਮਰ ਨਾ ਕੋਈ। ਫਿਰ ਉਹਨਾਂ ਗੁਰਮੁਖਾਂ ਨੇ ਆਖਿਆ ਵੀ ਹਰੀ ਤੋਂ ਬਿਨਾਂ ਤੇ ਹੋਰ ਕੋਈ ਹੈ ਹੀ ਨਹੀਂ। ਫਿਰ ਉਹਨਾਂ ਆਖਿਆ ਵੀ ਵਾਹਿਗੁਰੂ ਤੇਰੇ ਤੋਂ ਬਿਨਾਂ ਤੇ ਦੂਜਾ ਹੈ ਹੀ ਕੋਈ ਨਹੀਂ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ ਆਣ ਨਾ ਪੀਆ ਤੇਰੀ ਸੰਸਾਰ। ਤੂੰ ਹੀ ਸਾਰੇ ਪਾਸੇ ਸਰਬ ਵਿਆਪਕ ਹੋ ਰਿਹਾ ਹੈ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ ਸਤਿਗੁਰੂ ਜੀ ਦੇ ਮਿਲਾਪ ਤੋਂ ਪਹਿਲਾਂ ਇਹ ਜਿਹੜੇ ਨੇਤਰ ਸੀ ਨਾ ਸਾਡੀਆਂ ਅੱਖਾਂ ਸੀ, ਇਹ ਤਾਂ ਅੰਧੇ ਸੀ। ਪਹਿਲਾਂ ਅੰਧ ਸੀ, ਇਹ ਅੰਨਿਆਂ ਵਰਗੇ ਸੀ। ਜਿਵੇਂ ਕੋਈ ਅੰਧਾ ਮਨੁੱਖ ਹੈ ਜਿਸ ਨੂੰ ਦਿਸਦਾ ਕੁਝ ਨਹੀਂ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਮਿਲਣ ਤੋਂ ਪਹਿਲਾਂ ਸਾਡੀਆਂ ਅੱਖਾਂ ਅੰਨੀਆਂ ਸੀ, ਇਹਨਾਂ ਨੂੰ ਕੁਝ ਨਹੀਂ ਸੀ ਦਿਸਦਾ। ਸਤਿਗੁਰ ਮਿਲਿਆ ਇਪ ਦ੍ਰਿਸ਼ਟ ਹੋਈ। ਪਰ ਜਦੋਂ ਸਤਿਗੁਰੂ ਜੀ ਦੇ ਨਾਲ ਮਿਲਾਪ ਹੋਇਆ ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇਹ ਅੰਧੇ ਨੇਤਰਾਂ ਤੋਂ ਸੁਜਾਖੇ ਬਣਾ ਦਿੱਤਾ ਸਨ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਫਿਰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ, ਦੀਰਘ ਦ੍ਰਿਸ਼ਟੀ ਪ੍ਰਾਪਤ ਹੋ ਗਈ। ਉਹ ਦ੍ਰਿਸ਼ਟੀ, ਵੱਡੀ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ, ਜਿਸ ਨਾਲ ਇਸ ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਵੇਖਿਆ ਜਾਂਦਾ, ਉਹ ਦ੍ਰਿਸ਼ਟੀ ਪ੍ਰਾਪਤ ਹੋਈ। ਇਸ ਪਦਾਰਥਾਂ ਦੇ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਨੂੰ ਵੇਖਣ ਵਾਲੀ ਦ੍ਰਿਸ਼ਟੀ ਪ੍ਰਾਪਤ ਹੋਈ। ਪਰ ਕਦੋਂ ਪ੍ਰਾਪਤ ਹੋਈ? ਜਦੋਂ ਸਤਿਗੁਰੂ ਜੀ ਦੇ ਨਾਲ ਮਿਲਾਪ ਹੋਇਆ। ਸਤਿਗੁਰੂ ਜੀ ਦੇ ਮਿਲਾਪ ਤੋਂ ਪਹਿਲਾਂ ਇਹ ਸਾਡੇ ਨੇਤਰ ਤਾਂ ਅੰਧੇ ਸੀ, ਅਗਿਆਨਤਾ ਦੀ ਅੰਧਤਾ ਹੀ ਸੀ, ਤੇ ਮਨ ਤੇ ਬੁੱਧ ਰੂਪੀ ਨੇਤਰ ਜਿਹੜੇ ਸੀ ਉਹ ਵੀ ਗਿਆਨ ਤੋਂ ਸਖਣੇ ਹੋਣ ਕਰਕੇ, ਅਗਿਆਨੀ ਹੋਣ ਕਰਕੇ ਅੰਧੇ ਸੀ। ਤੇ ਸਤਿਗੁਰੂ ਜੀ ਦੇ ਨਾਲ ਮਿਲਾਪ ਹੋਇਆ ਤੇ ਮਹਾਰਾਜ ਨੇ ਦਿਵ ਦ੍ਰਿਸ਼ਟੀ ਦਿੱਤੀ। ਫਿਰ ਇਹ ਚੰਮ ਦ੍ਰਿਸ਼ਟੀ ਤੋਂ ਉੱਪਰ ਉੱਠ ਕੇ ਤੇ ਬ੍ਰਹਮ ਨੂੰ ਵੇਖਣ ਵਾਲੇ ਹੋਏ, ਵਾਹਿਗੁਰੂ ਨੂੰ ਵੇਖਣ ਵਾਲੇ ਹੋਏ। ਫਿਰ ਇਹ ਸਮਝ ਪਈ ਵੀ ਇਹ ਸਾਰਾ ਸੰਸਾਰ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਤੇ ਵਾਹਿਗੁਰੂ ਜੀ ਦਾ ਹੀ ਰੂਪ ਹੈ। ਤੋ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਬਾਣੀ ਅਗਾਧ ਬੋਧ ਹੈ। ਸਾਧ ਸੰਗਤ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।